ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਭ ਕੁਛ ਆਪੇ ਆਪ ਹੈ, ਦੂਜਾ ਅਵਰ ਨ ਕੋਇ। ਸਭ ਕੁਛ ਆਪੇ ਆਪ ਹੈ, ਦੂਜਾ ਅਵਰ ਨ ਕੋਇ। ਜਿਉ ਬੁਲਾਏ ਤਿਉ ਬੋਲੀਐ, ਜਾਂ ਆਪ ਬੁਲਾਏ ਸੋਇ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਨਾਨਕ ਨਾਮ ਸਮਾਲ ਤੂੰ, ਜਿਤ ਸੇਵੀਐ ਸੁਖ ਹੋਏ। ਜਿਤ ਸੇਵੀਐ ਸੁਖ ਹੋਏ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਗੁਰ ਪੂਰੈ ਸੱਚ ਕਹਿਆ, ਸੋ ਸਿੱਖ ਸਾਚਾ ਲਹਿਆ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਗੁਰ ਪੂਰੈ ਸੱਚ ਕਹਿਆ, ਸੋ ਸੁਖ ਸਾਚਾ ਲਹਿਆ। ਆਪਣਾ ਹੋਇਓ ਗੁਰ ਮਿਹਰਵਾਨ, ਅਨੰਦ ਸੁਖ ਕਲਿਆਣ ਮੰਗਲ ਸਿਉ। ਘਰ ਆਏ ਕਰ ਇਸ਼ਨਾਨਾ ਰਹਾਉ, ਸਾਚੀ ਗੁਰ ਵਡਿਆਈ। ਤਾਂ ਕੀ ਕੀਮਤ ਕਹਿਨ ਨਾ ਜਾਈ, ਸਿਰ ਸਾਹਾਂ ਪਾਤਸ਼ਾਹ। ਗੁਰ ਭੇਟਤ ਮਨ ਓ ਮਾਹ, ਸਗਲ ਪਰਾਛਤ ਲਾਥੇ। ਮਿਲ ਸਾਧ ਸੰਗਤ ਕੈ ਸਾਥੇ, ਗੁਣ ਨਿਧਾਨ ਹਰ ਨਾਮਾ। ਜਪ ਪੂਰਨ ਹੋਏ ਕਾਮਾ, ਗੁਰ ਕੀਨੋ ਮੁਕਤ ਦੁਆਰਾ। ਸਭ ਸ੍ਰਿਸ਼ਟ ਕਰੈ ਜੈਕਾਰਾ, ਨਾਨਕ ਪ੍ਰਭ ਮੇਰੇ ਸਾਥੇ। ਜਨਮ ਮਰਨ ਪੈ ਲਾਥੇ, ਗੁਰ ਕੀਨੋ ਮੁਕਤ ਦੁਆਰਾ। ਸਭ ਸ੍ਰਿਸ਼ਟ ਕਰੈ ਜੈਕਾਰਾ, ਨਾਨਕ ਪ੍ਰਭ ਮੇਰੇ ਸਾਥੇ। ਜਨਮ ਮਰਨ ਪੈ ਲਾਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਾਧ ਸੰਗਤ ਜੀ, ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਆਪਾਂ ਸਾਰੇ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਜੀ ਦੀ ਵਿਚਾਰ ਵਿਵੇਕ ਟਰਸਟ ਦੁਆਰਾ ਬੜੇ ਪਿਆਰ ਦੇ ਨਾਲ ਹਰ ਮੰਗਲਵਾਰ ਕੀਤੀ ਜਾਂਦੀ ਹੈ। ਗੁਰੂ ਮਹਾਰਾਜ ਜੀ ਦੀ ਬੜੀ ਕਿਰਪਾ ਹੈ, ਜਦੋਂ ਮਾਲਕ ਆਪਾਂ ਨੂੰ ਬਖਸ਼ਣਾ ਚਾਹੁੰਦੇ ਹਨ, ਆਪਾਂ ਨੂੰ ਬਾਣੀ ਦੇ ਲੜ ਲਾ ਦਿੰਦੇ ਨੇ।
जैतन बाणी विसर जाए जो पक्का रोगी विरलाए। नहीं ਤਾਂ ਜਿਹਦੇ ਹਿਰਦੇ ਤੋਂ ਬਾਣੀ ਵਿਸਰ ਜੇ ਨਾ ਜੀ, ਉਹ ਪੱਕਾ ਰੋਗੀ ਹੋ ਜਾਂਦਾ। ਇਸ ਨੂੰ ਆਪਾਂ ਥੋੜਾ ਜਿਹਾ ਅੱਜ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਾਡੇ ਗੁਰੂ ਜੋ ਹਨ, ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਧਿਆਨ ਰੱਖਣਾ, ਸਾਡੇ ਗੁਰੂ ਜੋ ਹਨ, ਬਾਣੀ ਗੁਰੂ ਤੋਂ ਅਸੀਂ ਇੱਕੋ ਹੀ ਇੱਕ ਖਿਆਲ ਜੀਵਨ ਦੇ ਵਿੱਚ ਹਮੇਸ਼ਾ ਵਾਸਤੇ ਟਿਕਾਉਣਾ ਹੈ, ਉਹ ਹੈ ਸ਼ਬਦ ਗੁਰੂ, ਬਾਣੀ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਜੋ ਸਾਨੂੰ ਉਪਦੇਸ਼ ਦਿੰਦੇ ਨੇ, ਇਹਨਾਂ ਦਾ ਆਪਾਂ ਨੇ ਸਿਰਫ ਕੇਵਲ ਧਿਆਨ ਰੱਖਣਾ। ਧਿਆਨ ਰੱਖਣਾ, ਸਾਡੇ ਜੋ ਗੁਰੂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪਹਿਲਾਂ ਇਹਨਾਂ ਨੂੰ ਸਮਝੀਏ ਕਿ ਨਾਨਕ ਸੱਚੇ ਪਾਤਸ਼ਾਹ ਦੇ ਗੁਰੂ ਕੌਣ ਸਨ। ਉਹਨਾਂ ਦੇ ਗੁਰੂ ਬਾਣੀ ਸਨ, ਤੇ ਜਿਨ੍ਹਾਂ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਉਣੇ ਆ। ਧਿਆਨ ਰੱਖਣਾ, ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਦੋਂ ਤੋਂ ਸ੍ਰਿਸ਼ਟੀ ਦਾ ਆਰੰਭ ਹੋਇਆ ਉਦੋਂ ਤੋਂ ਹੀ, ਧਿਆਨ ਰੱਖਣਾ, ਪਵਨ ਹੀ ਕਹਿੰਦੇ ਭਾਈ ਗੁਰੂ ਰਹੀ। ਜੀਵਨ ਜਦੋਂ ਤੱਕ ਪਵਨ ਜੀਵਨ ਆਇਆ, ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਜਿਹੜੀ ਪਵਨ ਹੁੰਦੀ ਹੈ, ਇਹ ਹਰੇਕ ਚੀਜ਼ ਨੂੰ ਨਾਲ ਲੈ ਕੇ ਆਉਂਦੀ ਹੈ। ਸਾਚੇ ਤੋਂ ਪਵਨ ਪੈਦਾ ਹੋਈ। ਧਿਆਨ ਰੱਖਣਾ, ਤੋ ਪਵਨ ਤੋਂ ਫਿਰ ਜਲ ਪੈਦਾ ਹੋਇਆ। ਜਿੱਥੇ ਅੱਜ ਧਰਤੀ ਹੈ ਆਪਣੀ, ਇੱਥੇ ਪਹਿਲਾਂ ਪਵਨ ਸੀ। ਧਿਆਨ ਰੱਖਣਾ, ਸਾਰੀ ਜਗ੍ਹਾ ਤੇ ਪਵਨ ਦੇ ਵਿੱਚ ਸਭ ਕੁਝ ਸੀ। ਇਹ ਧਰਤੀ ਦੇ ਜਿੰਨੇ ਜੀਵ ਜੰਤ ਸਨ, ਸਭ ਪਵਨ ਦੇ ਵਿੱਚ ਹੀ ਸਨ। ਹਾਲੇ ਧਰਤੀ ਨਹੀਂ ਸੀ ਸ੍ਰਿਸ਼ਟੀ ਰਚਨਾ ਹੋਈ। ਫਿਰ ਪਵਨ ਦੇ ਜਿੱਥੇ ਗੋਲਾ ਚੱਲ ਰਿਹਾ ਸੀ, ਗੈਸ਼ੀਅਸ ਸਟੇਟ ਤੇ ਜਿੱਥੇ ਚੱਲ ਰਿਹਾ ਸੀ, ਉੱਥੇ ਫਿਰ ਜਲ ਉਸ ਪਵਨ ਵਿੱਚੋਂ ਪੈਦਾ ਹੋਇਆ। ਫਿਰ ਜਲ ਤੋਂ ਕਹਿੰਦੇ ਭਾਈ ਇਹ ਤ੍ਰਿਭਵਨ ਧਰਤੀ ਸਜੀ, ਤਿੰਨੋਂ ਭਵਨ ਸਜੇ, ਇਹਦੇ ਉੱਤੇ ਜੀ ਜੰਤ ਆਏ। ਧਿਆਨ ਰੱਖਣਾ, ਤੇ ਹੁਣ ਇਸ ਕੋਰ ਨੂੰ ਸਮਝਣਾ ਕਿ ਜਦੋਂ ਕੋਈ ਚੀਜ਼ ਆਏਗੀ ਤੇ ਹੁਣ ਸ਼ਬਦ ਰਾਹੀਂ ਆਉਣੀ ਹੈ। ਸਵਾਸ ਜਦੋਂ ਤੋਂ ਆਰੰਭ ਹੁੰਦੇ ਨੇ ਇਸ ਧਰਤੀ ਉੱਤੇ ਕਿਸੇ ਦੇ ਵੀ, ਧਿਆਨ ਰੱਖਣਾ, ਉਦੋਂ ਤੋਂ ਪਵਨ ਆਰੰਭ, ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਤੋਂ ਸਵਾਸ ਚੱਲਦੇ ਨੇ ਕਿਸੇ ਜੀਵ ਦੇ, ਜਦੋਂ ਪ੍ਰਾਣੀ ਦੇ ਜੀਵ ਦੇ ਸਵਾਸ ਆਰੰਭ ਹੁੰਦੇ ਨੇ, ਉਹਦਾ ਜੀਵਨ ਆਰੰਭ ਹੁੰਦਾ ਹੈ। ਉਦੋਂ ਤੋਂ ਹੁਣ ਤੱਕ ਤੇ ਅੱਗੇ ਨੂੰ ਜਦੋਂ ਤੱਕ ਦੁਨੀਆ ਰਹੇਗੀ, ਰੱਬ ਸਭ ਦੇ ਵਿੱਚ ਵਸਿਆ ਤੇ ਸਭ ਦੇ ਵਿੱਚੋਂ ਬੋਲਦੇ ਨੇ। ਆਖੋ ਸਤਨਾਮ, ਸਭ ਦੇ ਵਿੱਚੋਂ ਬੋਲਦੇ ਨੇ। ਮਹਾਰਾਜ ਕਹਿੰਦੇ ਨੇ ਭਾਈ ਜਿਹੜੇ ਮਾਲਕ ਨੇ ਨਾ, ਉਹ ਜੀਵਨ ਦੇ ਵਿੱਚ ਆਪਣੇ ਅੰਦਰ ਵਸੇ ਹੋਏ। ਅੰਦਰ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ। ਕੋਈ ਐਸਾ ਧਰਤੀ ਉੱਤੇ ਨਹੀਂ ਹੈ ਬੰਦਾ ਜਿਹਦੇ ਅੰਦਰ ਰੱਬ ਨਾ ਵਸਦੇ ਹੋ। ਤੇ ਉਦੋਂ ਤੋਂ ਜੇ ਰੱਬ ਵਸ ਰਹੇ ਨੇ ਆਪਣੇ ਅੰਦਰ, ਧਿਆਨ ਰੱਖ, ਜਦੋਂ ਤੋਂ ਆਪਾਂ ਸਵਾਸ ਲੈ ਰਹੇ, ਆਪਣੇ ਅੰਦਰੋਂ ਰੱਬ ਬੋਲਦੇ ਨੇ। ਆਪਾਂ ਨੂੰ ਜੀਵਨ ਦੇ ਵਿੱਚ ਸਮਝ ਨਹੀਂ ਹੁੰਦੀ, ਸੁਰਤ ਛੋਟੀ ਹੁੰਦੀ ਹੈ, ਤੇ ਜਿਉਂ-ਜਿਉਂ ਆਪਾਂ ਵੱਡੇ ਹੁੰਦੇ ਜਾਂਦੇ ਆ ਤੇ ਆਪਾਂ ਕੀ ਕਰਦੇ ਆ, ਇੱਕ ਭਾਸ਼ਾ ਦੇ ਸ਼ਬਦ ਨੂੰ ਸਿੱਖਦੇ ਆ। ਘਰਾਂ ਦੇ ਵਿੱਚ ਜਿਹੜੇ ਮਾਤਾ ਬੋਲਦੀ ਹੈ, ਪਿਤਾ ਬੋਲਦੇ ਨੇ, ਸਮਾਜ ਬੋਲਦਾ ਹੈ, ਉਸ ਭਾਸ਼ਾ ਦੇ ਸ਼ਬਦਾਂ ਦੇ ਵਿੱਚ ਆਪਾਂ ਬੋਲਣ ਲੱਗਦੇ ਆ। ਮਾਤਾ ਪਿਤਾ ਉਹ ਧੰਨਤਾ ਯੋਗ ਹੁੰਦੇ ਨੇ ਜਿਹੜੇ ਜੀਵਨ ਦੇ ਵਿੱਚ ਬੋਲਣਾ ਸਿੱਖਣ, ਗੁਰੂ ਜੀ ਤੋਂ, ਬਾਣੀ ਗੁਰੂ ਜੀ ਤੋਂ ਸਿੱਖਣ, ਤਾਂ ਕਿ ਉਹਨਾਂ ਨੂੰ ਆਪਣੇ ਆਪ ਦੇ ਘਟ ਬੈਠੇ ਰੱਬ ਨਾਲ ਜੁੜਨ ਦਾ ਗਿਆਨ ਹੋਵੇ ਤੇ ਉਹ ਫਿਰ ਆਪਣੇ ਸ਼ਬਦਾਂ ਨੂੰ ਘੜਨ। ਧਿਆਨ ਰੱਖਣਾ, ਤੁਸੀਂ ਜਿਹੜੀ ਭਾਸ਼ਾ ਦੇ ਵਿੱਚ ਬੋਲਦੇ ਹੋ, ਰੱਬ ਉਸੇ ਭਾਸ਼ਾ ਦੇ ਸ਼ਬਦਾਂ ਵਿੱਚ ਸੰਸਾਰ ਵਿੱਚ ਬੋਲਦੇ ਨੇ। ਧਿਆਨ ਰੱਖਣਾ, ਜਦ ਰੱਬ ਸਾਰੀ ਸ੍ਰਿਸ਼ਟੀ ਬਣਾ ਰਹੇ ਨੇ ਤੇ ਸਾਰੀ ਸ੍ਰਿਸ਼ਟੀ ਦੇ ਵਿੱਚ ਜਿਹੜੀ ਦੁਨੀਆ ਬੋਲਦੀ ਹੈ, ਰੱਬ ਸਭ ਦੀ ਗੱਲ ਸੁਣਦੇ ਨੇ, ਸਮਝਦੇ ਨੇ। ਉਹ ਰੱਬ ਇਨਫੈਕਟ ਰੱਬ ਆਪ ਬਣਾਉਂਦੇ ਨੇ। ਬੰਦਾ ਸਮਝਦਾ ਕਿ ਮੈਂ ਬੋਲਦਾ,
दुनिया दे विच ਜਿਹੜੇ ਇਸ ਅਗਿਆਨਤਾ ਦੇ ਵਿੱਚ ਰਹਿੰਦੇ ਨੇ ਕਿ ਮੈਂ ਬੋਲਦਾ, ਉਸ ਬੰਦੇ ਨੂੰ ਅਸੀਂ ਮਨਮੁਖ ਕਹਿੰਦੇ ਆ। ਜਿਹੜਾ ਬੰਦਾ ਜੀਵਨ ਦੇ ਵਿੱਚ ਇਸ ਗੱਲ ਨੂੰ ਸਿੱਖਦਾ ਹੈ ਕਿ ਮੈਂ ਨਹੀਂ ਬੋਲਦਾ, ਮਾਲਕ ਬੁਲਾਉਂਦੇ ਨੇ, ਉਸ ਬੰਦੇ ਨੂੰ ਅਸੀਂ ਗੁਰਮੁਖ ਕਹਿੰਦੇ। ਬਸ ਆ ਦੋ ਖੇਤਰ ਪਹਿਲਾਂ ਆਪਾਂ ਵਿਚਾਰਿਓ, ਫਿਰ ਬਾਣੀ ਗੁਰੂ ਦਾ ਆਪਾਂ ਨੂੰ ਕੇਂਦਰ ਸੁਭਾਅ ਪਤਾ ਲੱਗੇਗਾ। ਧਿਆਨ ਰੱਖਣਾ, ਪਹਿਲੀ ਗੱਲ ਤਾਂ ਅਸੀਂ ਜਿੱਧਰ ਵੀ ਮੁੱਖ ਰੱਖ ਕੇ ਬੋਲਦੇ ਹਾਂ, ਅਸੀਂ ਚਾਹੇ ਸਾਡਾ ਬੱਚਾ ਛੋਟੀ ਜਿਹੀ ਅਵਸਥਾ ਦੇ ਵਿੱਚ ਅਮਰੀਕਾ ਚਲਾ ਜਾਏ, ਉੱਥੇ ਅੰਗਰੇਜ਼ੀ ਬੋਲਣ ਲੱਗ ਜਾਏਗਾ। ਛੋਟੀ ਜਿਹੀ ਅਵਸਥਾ ਵਿੱਚ ਸਾਡੇ ਬੱਚੇ ਨੂੰ ਤੁਸੀਂ ਕਿਤੇ ਜਰਮਨ ਭੇਜ ਦਿਓ, ਉੱਥੇ ਦੀ ਜਰਮਨ ਬੋਲਣ ਲੱਗ ਜਾਏਗਾ। ਆਪਣੇ ਬੱਚੇ ਨੂੰ ਛੋਟੀ ਜਿਹੀ ਅਵਸਥਾ ਦੇ ਵਿੱਚ ਹੀ ਉਸ ਬੱਚੇ ਨੂੰ ਹਰਿਆਣਾ ਭੇਜ ਦਿਓ, ਹਰਿਆਣਵੀ ਬੋਲਣ ਲੱਗ ਜਾਏਗਾ। ਉਹਨੂੰ ਆਂਧਰਾ 'ਚ ਭੇਜ ਦਿਓ, ਤੇਲਗੂ ਬੋਲਣ ਲੱਗ ਜਾਏਗਾ। ਯਾਨੀ ਉਸ ਭਾਸ਼ਾ ਦੇ ਸ਼ਬਦ ਨੂੰ ਬੱਚਾ ਜਦੋਂ ਸੁਣਦਾ ਹੈ ਨਾ ਜੀ, ਫਿਰ ਬੱਚਾ ਉਸੇ ਭਾਸ਼ਾ ਦੇ ਵਿੱਚ ਆਪਣੀ ਬਾਣੀ ਬੋਲਦਾ ਹੈ, ਆਪਣੀ ਬਾਣੀ ਨੂੰ ਉਹ ਉਚਾਰਨ ਕਰਦਾ ਹੈ। ਬੱਚੇ ਨੂੰ ਅਸੀਂ ਇਹ ਨਹੀਂ ਸਮਝਾਉਂਦੇ ਕਿ ਬੇਟਾ ਤੂੰ ਬੋਲਦਾ ਤਾਂ ਹੈ ਕਿਉਂਕਿ ਰੱਬ ਬੁਲਾਉਂਦਾ ਹੈ। ਬੇਟਾ ਤੇਰੇ ਅੰਦਰ ਰੱਬ ਬੈਠੇ ਨੇ, ਉਹਨਾਂ ਦੇ ਬਾਣੀ ਦੇ ਸ਼ਬਦਾਂ ਨੂੰ ਤੂੰ ਬੋਲਣਾ ਸਿੱਖ। ਉਹਨਾਂ ਆਪਣੇ ਭਾਸ਼ਾ ਦੇ ਵਿੱਚ ਜਿਹੜੇ ਤੂੰ ਸ਼ਬਦ ਬੋਲ ਰਿਹਾ, ਇਹਨਾਂ ਸ਼ਬਦਾਂ ਰਾਹੀਂ ਤੂੰ ਘੱਟ ਬੈਠੇ ਰੱਬ ਦੇ ਬਾਣੀ ਦੇ ਸ਼ਬਦ ਨੂੰ ਬੋਲ ਕੇ ਤੂੰ ਉਚਾਰਨ ਕਰਨਾ ਸਿੱਖ। ਇਹਨੂੰ ਕਹਿੰਦੇ ਨੇ ਸ਼ਬਦ ਨੂੰ ਘੜਨਾ। ਧਿਆਨ ਰੱਖ, ਯਾਨੀ ਆਪਣੀ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੁਸੀਂ ਖਿਆਲ ਕਰੋ, ਪੰਜਾਬੀ ਦੇ ਕੁਝ ਸ਼ਬਦ ਨੇ, ਸੰਸਕ੍ਰਿਤ ਦੇ ਕੁਝ ਸ਼ਬਦ ਨੇ, ਫਾਰਸੀ ਦੇ ਕੁਝ ਸ਼ਬਦ ਨੇ, ਹਨਾ, ਆਏ ਪੋਠੋਵਾਰੀ ਦੇ ਨੇ, ਸਿੰਧੀ ਬੋਲੀ ਦੇ ਨੇ, ਕਈ ਭਾਸ਼ਾ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਹਨ। ਇਹ ਗੱਲ ਯਾਦ ਰੱਖਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਈ ਭਾਸ਼ਾ ਦੇ ਸ਼ਬਦ ਨੇ, ਕਈ ਭਾਸ਼ਾ। ਧਿਆਨ ਰੱਖਣਾ, 17 ਤੋਂ ਵੱਧ ਭਾਸ਼ਾ ਨੇ ਜਿਨ੍ਹਾਂ ਸ਼ਬਦਾਂ ਰਾਹੀਂ ਘੱਟ ਬੈਠੇ ਰੱਬ ਦੀ ਬਾਣੀ ਦਾ ਪ੍ਰਕਾਸ਼ ਕੀਤਾ ਮਹਾਰਾਜ ਨੇ, ਤਾਂ ਕਿ ਦੁਨੀਆ ਨੂੰ ਸਮਝ ਆਵੇ ਕਿ ਰੱਬ ਸਭ ਦੇ ਵਿੱਚੋਂ ਬੋਲਦੇ ਨੇ। ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਆਪ ਜੀ ਨੇ ਬਹੁਤ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਬਾਣੀ ਬਹੁਤ ਇੱਕ ਸੁਰਤ ਦੇ ਨਾਲ ਪੜ੍ਹਨੀ ਕੀਤੀ ਹੈ। ਧਿਆਨ ਰੱਖ, ਪਰ ਖਿਆਲ ਕਰੋ ਕਿ ਆਪਾਂ ਇੱਕ ਸੁਰਤ ਦੇ ਨਾਲ ਬਾਣੀ ਪੜ੍ਹਦਿਆਂ ਹੋਇਆ ਸਾਰੀ ਬਾਣੀ ਆਪਾਂ ਨੂੰ ਸਮਝ ਆਈ? ਕਈ ਭਾਸ਼ਾ ਦੇ ਸ਼ਬਦ ਸੀ ਉਸ ਮਹਾਰਾਜ ਨੇ ਕਈ ਇਲਾਕਿਆਂ ਦੇ ਵਿੱਚ ਜਾ ਕੇ ਉਹਨਾਂ ਦੇ ਭਾਸ਼ਾ ਦੇ ਸ਼ਬਦਾਂ ਦੇ ਵਿੱਚ ਘੱਟ ਬੈਠੇ ਰੱਬ ਦੀ ਬਾਣੀ ਦਾ ਜ਼ਿਕਰ ਕੀਤਾ, ਘੱਟ ਬੈਠੇ ਰੱਬ ਦੀ ਬਾਣੀ ਗਾਈ, ਉਹਨਾਂ ਨੂੰ ਸਰਵਣ ਕਰਾਈ। ਉਹ ਫਿਰ ਸਿੱਖ ਜਿਹੜੇ ਉਸ ਜਾਤੀ ਦੇ ਉਸ ਭਾਸ਼ਾ ਨੂੰ ਬੋਲਣ ਵਾਲੇ ਸਨ, ਤੇ ਉਹਨਾਂ ਨੇ ਉਹ ਆਪਣੇ ਭਾਸ਼ਾ ਦੇ ਵਿੱਚ ਉਸ ਬਾਣੀ ਨੂੰ ਗਾਇਆ, ਰੱਬ ਨੂੰ ਸਮਝਣਾ ਕੀਤਾ। ਨਾਨਕ ਸੱਚੇ ਪਾਤਸ਼ਾਹ ਆਏ ਹਰ ਇਲਾਕੇ ਦੇ ਵਿੱਚ ਜਾ ਕੇ ਉਹਨਾਂ ਦੀ ਭਾਸ਼ਾ ਦੇ ਵਿੱਚ ਘੱਟ ਬੈਠੇ ਰੱਬ ਦੀ ਗੱਲ ਸੁਣਾਉਂਦੇ। ਐਸੀ ਬਾਣੀ ਦਾ ਇੱਕ ਇੱਕ ਸ਼ਬਦ, ਧਿਆਨ ਰੱਖਿਓ, ਮਹਾਰਾਜ ਉਸ ਵੇਲੇ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਸੰਕਲਨ ਨਹੀਂ ਹੋਇਆ ਸੀ, ਤੇ ਉਸ ਵੇਲੇ ਇੱਕ ਇੱਕ ਸ਼ਬਦ ਪੋਥੀ ਵਿੱਚ ਦਰਜ ਕਰਦੇ ਮਹਾਰਾਜ। ਜਿੱਥੇ ਵੀ ਸ਼ਬਦ ਘੱਟ ਬੈਠੇ ਰੱਬ ਦਾ ਉਚਾਰਨ ਹੁੰਦਾ ਤੇ ਉਹਨੂੰ ਦਰਜ ਕਰਦੇ। ਐਸੇ ਇੱਕ ਇੱਕ ਸ਼ਬਦ ਤੋਂ ਭਗਤਾਂ ਦੇ ਫਿਰ ਸ਼ਬਦ ਇਕੱਠੇ ਕੀਤੇ। ਧਿਆਨ ਰੱਖਣਾ, ਉਹਨਾਂ ਦੀ ਆਪਣੀ ਭਾਸ਼ਾ ਦੇ ਵਿੱਚ ਸ਼ਬਦ ਸੀ, ਪਰ ਸਾਰੇ ਭਾਸ਼ਾ ਦੇ ਸ਼ਬਦਾਂ ਦੇ ਵਿੱਚ ਮਹਾਰਾਜ ਨੇ ਉਸ ਤਰ੍ਹਾਂ ਹੀ ਸ਼ਬਦਾਂ ਨੂੰ ਰੱਖਦਿਆਂ ਹੋਇਆ ਗੁਰਮੁਖੀ ਲਿਪੀ ਦੇ ਵਿੱਚ, ਸਕ੍ਰਿਪਟ ਗੁਰਮੁਖੀ ਲਿਪੀ ਰੱਖੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ 432 ਅੰਗ ਦੇ ਵਿੱਚ ਆਸਾ ਪੱਟੀ ਦੇ ਵਿੱਚ ਮਹਾਰਾਜ ਨੇ ਇਹ ਸਕ੍ਰਿਪਟ ਬਣਾਈ। ਧਿਆਨ ਰੱਖ, ਇਸ ਸਕ੍ਰਿਪਟ ਦੇ ਰਾਹੀਂ ਦੁਨੀਆ ਨੂੰ ਇਹ ਦਰਸਾਉਣਾ ਕੀਤਾ ਕਿ ਰੱਬ ਹਰ ਭਾਸ਼ਾ ਦੇ ਵਿੱਚ ਬੋਲਦੇ ਨੇ। ਧਿਆਨ ਰੱਖ, ਹਰ ਭਾਸ਼ਾ ਵਿੱਚ ਆਏ ਦੇਖੋ, ਰੱਬ ਦੀ ਬਾਣੀ ਜਿਸ ਵੇਲੇ ਆਉਂਦੀ ਸੀ ਨਾ, ਉਹ ਰੱਬ ਦੀ ਬਾਣੀ ਹਰ ਭਾਸ਼ਾ ਦੇ ਵਿੱਚ ਆਉਂਦੀ ਸੀ। ਹਰ ਬੰਦੇ ਦੇ ਵਿੱਚੋਂ ਉਹਨਾਂ ਦੀ ਜਿਹੜੇ ਭਾਸ਼ਾ ਦੇ ਸ਼ਬਦ ਉਹ ਬੋਲਦੇ ਸੀ, ਉਹਨਾਂ ਸ਼ਬਦਾਂ ਵਿੱਚੋਂ ਬੋਲਦੇ ਹੁੰਦੇ ਸੀ। ਨਾਨਕ ਸੱਚੇ ਪਾਤਸ਼ਾਹ ਨੇ ਕੀ ਕੀਤਾ, ਜਿਵੇਂ ਪੰਜਾਬੀ ਦੇ ਸ਼ਬਦ ਨੇ, ਹਨਾ, ਦੂਜੇ ਸਿੰਧੀ ਦੇ ਸ਼ਬਦ ਨੇ, ਇਹ ਸੰਸਕ੍ਰਿਤ ਦੇ ਸ਼ਬਦ ਨੇ, ਇਹਨਾਂ ਨੂੰ ਗੁਰਮੁਖੀ ਲਿਪੀ ਦੇ ਵਿੱਚ ਦਰਜ ਕੀਤਾ। ਸਕ੍ਰਿਪਟ ਗੁਰਮੁਖੀ ਹੈ, ਇਸ ਗੱਲ ਨੂੰ ਯਾਦ ਰੱਖਿਓ।
इस स्क्रिप्ट ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਘਟ ਬੈਠੇ ਰੱਬ ਦੀ ਬਾਣੀ ਜਿਹੜੀ ਆ ਬਾਣੀ ਆ ਰਹੀ ਹੈ ਨਾ, ਦੇਖੋ ਆ ਬਾਣੀ ਆਈ ਹੈ ਗੁਰਮੁਖੀ ਲਿਪੀ ਵਿੱਚ। ਮਹਾਰਾਜ ਨੇ ਫਿਰ ਇਹਨਾਂ ਨੂੰ ਸੰਕਲਿਤ ਕਰਕੇ ਕਿਹਾ ਭਾਈ ਆ ਸ਼ਬਦ ਗੁਰੂ ਹੈ। ਫਿਰ ਗੱਲ ਸੁਣ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕਿਤੇ ਸਹੀ ਤਰੀਕੇ ਨਾਲ ਸਾਡੇ ਕੇਂਦਰ ਜਿਹੜੇ ਸਿੰਘ ਸਭਾਵਾਂ ਹਨ, ਜਿਹੜੇ ਸਾਡੇ ਦੇਖੋ ਦੁਨੀਆ 'ਚ ਕਿਤਨੇ ਗੁਰਦੁਆਰੇ ਸਾਹਿਬ ਅੱਜ ਐਸਟੈਬਲਿਸ਼ਡ ਨੇ, ਜਿਹੜੇ ਸਾਡੇ ਤਖਤ ਸਾਹਿਬ ਹਨ, ਜਥੇਦਾਰ ਸਾਹਿਬ ਹਨ, ਸਿੰਘ ਸਾਹਿਬ ਹਨ, ਤੇ ਇਹ ਕਿਤੇ ਹਰ ਭਾਸ਼ਾ ਦੇ ਵਿੱਚ ਸਾਡੇ ਬੰਦਿਆਂ ਨੂੰ ਤਿਆਰ ਕਰਨ, ਗੁਰਮੁਖੀ ਲਿਪੀ ਤੋਂ ਗੁਰਮਤਿ ਸਿੱਖਣ ਤੇ ਹਰ ਭਾਸ਼ਾ ਦੇ ਵਿੱਚ ਉਹਨਾਂ ਨੂੰ ਸਮਝਾਉਣ। ਜਿਵੇਂ ਮਹਾਰਾਜ ਸੰਸਕ੍ਰਿਤ ਦੇ ਸ਼ਬਦ ਵਿੱਚ ਬੋਲਦੇ ਨੇ, ਮਹਾਰਾਜ ਫਾਰਸੀ ਦੇ ਸ਼ਬਦਾਂ ਵਿੱਚ ਬੋਲਦੇ ਨੇ, ਮਹਾਰਾਜ ਪੰਜਾਬੀ ਦੇ ਕਈ ਐਕਸੈਂਟ ਨੇ, ਉਸ ਪੰਜਾਬੀ ਦੇ ਇਲਾਕੇ ਦੇ ਵਿੱਚ ਜਾ ਕੇ ਉਹਨਾਂ ਦੀ ਭਾਸ਼ਾ ਵਿੱਚ ਸ਼ਬਦਾਂ ਦੇ ਦੁਆਰਾ ਬੋਲਦੇ ਸਨ, ਹਨਾ। ਘਟ ਬੈਠੇ ਰੱਬ ਦੀ ਬਾਣੀ, ਉਸ ਬਾਣੀ ਦਾ ਖਿਆਲ ਜੀਵਨ ਵਿੱਚ ਆਪਣੇ ਆਪ ਦੇ ਵਿੱਚ ਲੈ ਕੇ ਆਓ ਜੀ, ਕਿ ਮਹਾਰਾਜ ਨੇ ਐਸਾ ਇੱਕ ਸ਼ਬਦ ਇਕੱਤਰਿਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਬਣਿਆ। ਇੱਕ ਬਾਣੀ ਹੈ, ਇੱਕ ਸ਼ਬਦ ਹੈ। ਧਿਆਨ ਰੱਖਣਾ, ਬਾਣੀ ਬਿਨਾਂ ਸ਼ਬਦਾਂ ਤੋਂ, ਧਿਆਨ ਰੱਖਣਾ, ਤੁਸੀਂ ਕਦੇ ਛੋਟੇ ਬੱਚੇ ਨੂੰ ਦੇਖਿਆ ਜੀ, ਉਹ ਬੋਲਦਾ ਹੈ ਪਰ ਉਹਦੇ ਕੋਲ ਸ਼ਬਦ ਨਹੀਂ ਹੁੰਦੇ ਛੋਟੇ ਬੱਚੇ ਕੋਲ। ਜੀਵਨ ਵਿੱਚ ਜਿਸ ਵੇਲੇ ਬੱਚਾ ਜਿਸ ਇਲਾਕੇ ਦਾ, ਜਿਸ ਘਰ ਦੇ ਵਿੱਚ ਉਹ ਸ਼ਬਦ ਜੋ ਭਾਸ਼ਾ ਬੋਲਦੇ ਨੇ, ਫਿਰ ਉਹਨਾਂ ਭਾਸ਼ਾ ਦੇ ਸ਼ਬਦਾਂ ਵਿੱਚ ਬੱਚਾ ਬੋਲਦਾ ਹੈ, ਬੋਲਣ ਸਿੱਖਦਾ, ਹਨਾ। ਬੋਲਦਾ ਤਾਂ ਆਪਦਾ ਦੁੱਖ ਸੁੱਖ ਆਪਣੇ ਅੰਦਰਲੀ ਘਟ ਬੈਠੀ ਜਿਹੜੀ ਅੰਦਰੋਂ ਆਉਂਦੀ ਹੈ ਉਸ ਬਾਣੀ ਨੂੰ ਹੀ ਬੋਲਦਾ ਹੈ, ਪਰ ਉਹਨਾਂ ਸ਼ਬਦਾਂ ਦੁਆਰਾ ਬੋਲਦਾ। ਜੇ ਕਿਸੇ ਬੰਦੇ ਨੂੰ ਅੰਦਰ ਸੱਟ ਵੱਜੀ ਹੋਵੇ, ਤਕਲੀਫ ਹੋਵੇ, ਉਹ ਆਪਣੇ ਭਾਸ਼ਾ ਦੇ ਸ਼ਬਦ ਵਿੱਚ ਉਹ ਬੋਲ ਕੇ ਆਪਣੀ ਬਾਣੀ ਦੱਸੇਗਾ। ਧਿਆਨ ਰੱਖਣਾ ਕਿ ਮੇਰੇ ਜੀ ਇੱਥੇ ਛਾਤੀ 'ਚ ਦਰਦ ਹੈ, ਮੇਰੇ ਢਿੱਡ ਵਿੱਚ ਦਰਦ ਹੈ, ਮੇਰੇ ਅੱਜ ਗੋਡਿਆਂ 'ਚ ਦਰਦ ਹੈ, ਮੈਨੂੰ ਅੱਜ ਬੜੀ ਖੁਸ਼ੀ ਹੋ ਰਹੀ ਹੈ, ਮੇਰਾ ਅੱਜ ਜੀ ਫਲਾਣਾ ਯਾਨੀ ਮੇਰਾ ਅੱਜ ਕੰਮ ਹੈ, ਹਨਾ। ਉਹ ਜੋ ਕੰਮ ਹੁੰਦਾ ਫਿਰ ਆਪਣੀ ਬਾਣੀ ਨੂੰ ਉਸ ਭਾਸ਼ਾ ਦੇ ਸ਼ਬਦ ਰਾਹੀਂ ਬੋਲਦਾ। ਜਿਹੜਾ ਦੂਜਾ ਬੰਦਾ ਬੱਚਾ ਦੂਜੀ ਭਾਸ਼ਾ ਦਾ ਸ਼ਬਦ ਬੋਲਦਾ ਹੋਊਗਾ, ਉਹ ਆਪਣੀ ਬਾਣੀ ਨੂੰ ਗੱਲ ਉਹਨੇ ਉਹੀ ਕਹਿਣੀ ਹੈ। ਜਿਵੇਂ ਮੈਡੀਸਨ ਕੋਈ ਸਿਖਾ ਰਿਹਾ ਹੈ ਜਰਮਨ ਦੇ ਵਿੱਚ, ਤੇ ਉਹਨੇ ਮੈਡੀਸਨ ਸਿਖਾਉਣੀ ਹੈ ਪਰ ਜਰਮਨੀ 'ਚ ਸਿਖਾਉਣੀ। ਜਿਹੜਾ ਹੋਰ ਕੰਮ ਦੂਸਰੇ ਇਲਾਕੇ ਨੂੰ ਉੱਥੇ ਅੰਗਰੇਜ਼ੀ 'ਚ ਮੈਡੀਸਨ ਸਿਖਾਉਂਦੇ ਨੇ। ਧਿਆਨ ਰੱਖਣਾ, ਚਾਈਨਾ ਵਾਲੇ ਉਹ ਮੈਂਡੇਰੀਅਨ ਵਿੱਚ ਮੈਡੀਸਨ ਸਿਖਾਉਂਦੇ ਨੇ, ਡਾਕਟਰ ਬਣਾਉਂਦੇ ਨੇ, ਪੂਰਾ ਮੈਡੀਕਲ ਕਾਲਜ ਹੈ ਉਹਨਾਂ ਦਾ ਮੈਂਡੇਰੀਅਨ ਦੇ ਵਿੱਚ। ਧਿਆਨ ਰੱਖਣਾ, ਆਏ ਹਰ ਇਲਾਕੇ ਦੀ ਬਾਣੀ ਦੇ ਭਾਸ਼ਾ ਦੇ ਸ਼ਬਦ ਨੇ। ਸੋ ਮਹਾਰਾਜ ਨੇ ਇਸ ਪਹਿਲਾਂ ਬਾਣੀ ਤੇ ਸ਼ਬਦ ਨੂੰ ਸਮਝਣ ਦਾ ਆਪਾਂ ਪ੍ਰਯਾਸ ਕਰੀਏ, ਜਿਹਨੂੰ ਆਪਾਂ ਬਾਣੀ ਗੁਰੂ ਕਹਿ ਰਹੇ ਹਾਂ। ਧਿਆਨ ਰੱਖਣਾ, ਇਸ ਬਾਣੀ ਗੁਰੂ ਦੀ ਹਸਤੀ ਕੀ ਹੈ, ਬਾਣੀ ਗੁਰੂ ਜੀ ਦਾ ਸਰੂਪ ਕੀ ਹੈ, ਬਾਣੀ ਗੁਰੂ ਜੀ ਦੇ ਸਿੱਖ ਨੇ ਜਿਸ ਵੇਲੇ ਨਾਲ ਜੁੜਨਾ ਹੈ ਤੇ ਕਿਸ ਭੇਦ ਦੇ ਨਾਲ ਜੁੜਨਾ ਹੈ। ਧਿਆਨ ਰੱਖਣਾ, ਇੱਥੇ ਇੱਕ ਸ਼ਬਦ ਵੀ ਬਾਣੀ ਦਾ ਗੁਰੂ ਹੈ। ਧਿਆਨ ਰੱਖਣਾ, ਚੌਥੇ ਪਾਤਸ਼ਾਹ ਦਾ ਸ਼ਬਦ ਹੈ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਵੀ ਨਹੀਂ ਹੋਇਆ ਸੀ। ਧਿਆਨ ਰੱਖਣਾ, 1601 ਤੋਂ ਲੈ ਕੇ 1604 ਦੇ ਵਿੱਚ ਪਹਿਲਾ ਪ੍ਰਕਾਸ਼। ਧਿਆਨ ਰੱਖਣਾ, ਉਹ ਆਦ ਬੀੜ, ਧਿਆਨ ਰੱਖਣਾ, ਜਿਹਨੂੰ ਆਪਾਂ ਪੋਥੀ ਪਰਮੇਸ਼ਰ ਦਾ ਥਾਨ ਕਹਿੰਦੇ ਆਪਾਂ, ਉਹ ਹਾਲੇ ਸੰਕਲਿਤ ਨਹੀਂ ਹੋਈ ਸੀ। ਭਾਈ ਗੁਰਦਾਸ ਜੀ ਤੋਂ ਲਿਖਵਾਈ ਨਹੀਂ ਸੀ ਹਾਲੇ ਪੰਚਮ ਪਾਤਸ਼ਾਹ। ਉਦੋਂ ਪਹਿਲਾਂ ਦਾ ਇੱਕ ਸ਼ਬਦ ਹੈ ਚੌਥੇ ਪਾਤਸ਼ਾਹ ਦਾ, ਜਿਹੜਾ ਆਪਾਂ ਪੜ੍ਹਦੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰ ਹੈ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਚੌਥੇ ਪਾਤਸ਼ਾਹ ਦਾ ਸ਼ਬਦ ਹੈ, ਨਟ ਰਾਗ ਦੇ ਵਿੱਚ। ਧਿਆਨ, ਬਹੁਤ ਵੱਡਾ ਸ਼ਬਦ ਹੈ। ਸੋ ਇਸ ਗੱਲ ਨੂੰ ਸਮਝਣਾ ਕਿ ਇਸ ਬਾਣੀ ਦੇ ਸ਼ਬਦ ਦੇ ਵਿੱਚ ਉਹਨਾਂ ਨੇ ਪੂਰਾ ਨਕਸ਼ਾ ਬੰਨਿਆ ਹੋਇਆ। ਸੋ ਹੁਣ ਆਪਾਂ ਇਸ ਗੱਲ ਨੂੰ ਵਿਚਾਰੋ ਕਿ ਇਹ ਨਾ ਖਿਆਲ ਕਰੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਬੰਦਾ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਆਦ ਤੋਂ ਲੈ ਕੇ ਅੰਤ ਤੱਕ ਪਾਠ ਕਰ ਲੇਗਾ। ਧਿਆਨ ਰੱਖਣਾ, ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ। ਜੀਵਨ ਵਿੱਚ ਬਾਣੀ ਗੁਰੂ ਨਾਲ ਜੁੜੇ ਰਹਿਣਾ। ਬਾਣੀ ਗੁਰੂ ਜਿਹੜਾ ਤੁਹਾਨੂੰ ਬਾਣੀ ਸਮਝ ਆਉਂਦੀ ਹੈ ਨਾ, ਜਾਂ ਤੁਸੀਂ ਬੱਚੇ ਨੂੰ ਸਮਝਾਉਣੇ ਹੋ,
ਉਹ ਸਮਝਾਉਣ ਵਾਲੀ ਜਿਹੜੀ ਬਾਣੀ ਹੈ, ਸਮਝ ਆਈ ਹੋਈ ਜਿਹੜੀ ਬਾਣੀ ਹੈ, ਉਹ ਬੱਚੇ ਨੂੰ ਪੜਾਉਣੀ, ਉਸਦੇ ਲੜ ਲੱਗਣਾ ਤੇ ਲਗਾਉਣਾ, ਧਿਆਨ ਰੱਖਣਾ। ਐਸਾ ਪੜ੍ਹਨਾ ਅਸੀਂ ਬਿਲਕੁਲ ਜੀਵਨ ਦੇ ਵਿੱਚ ਭੁੱਲ ਗਏ। ਧਿਆਨ ਰੱਖਣਾ, ਬਾਣੀ ਨੂੰ ਸਮਝ ਕੇ ਪੜ੍ਹਨਾ ਬਿਲਕੁਲ ਭੁੱਲ ਗਏ। ਸਾਨੂੰ ਤਾਂ ਬਸ ਇਹੀ ਦੱਸਿਆ ਜਾਂਦਾ ਹੈ ਕਿ ਬਾਣੀ ਨੂੰ ਪੜ੍ਹੋ ਜੀ, ਬਸ ਬਾਣੀ ਨੂੰ ਪੜ੍ਹੋ। ਦਾਸ ਬਚਪਨ ਤੋਂ ਗੁਰਦੁਆਰੇ ਦੇ ਵਿੱਚ ਹੀ ਸਾਡਾ ਜਨਮ ਹੋਇਆ, ਧਿਆਨ ਰੱਖਣਾ, ਬਚਪਨ ਤੋਂ। ਦਾਸ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਸਾਬੋ ਕੀ ਤਲਵੰਡੀ, ਉੱਥੇ ਦਾਸ ਦੇ ਪਿਤਾ ਜੀ ਛੋਟੀ ਜਿਹੀ ਅਵਸਥਾ ਦੇ ਵਿੱਚ ਸਾਨੂੰ ਪੜ੍ਹਾਉਂਦੇ ਰਹੇ, ਧਿਆਨ ਰੱਖਣਾ, ਇਹ ਗੱਲਾਂ ਸਮਝਾਉਂਦੇ ਰਹੇ। ਸੋ ਕਹਿਣ ਦਾ ਭਾਵ ਕਿ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ 2-2.5 ਸਾਲ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਨੂੰ ਲੱਗ ਜਾਂਦੇ ਨੇ। 27 ਆਦ ਮਹਾਰਾਜ ਦੀ ਕਥਾ ਕੀਤੀਆਂ ਉਹਨਾਂ ਨੇ। ਫਿਰ ਆ ਸਾਨੂੰ ਗੱਲ ਦੀਆਂ ਨੁਕਤੇ, ਇਹ ਵਿਚਾਰ ਸਾਨੂੰ ਕਰ ਕਰਕੇ ਸਮਝਾਉਂਦੇ, ਧਿਆਨ ਰੱਖਣਾ ਕਿ ਸ਼ਬਦ ਨੂੰ ਵਿਚਾਰ ਕੇ ਪੜੋ। ਬਾਣੀ ਵਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਪੁਰਖ ਕੀ ਨਿਜ ਕਰ ਵਾਸਾ। ਇਹ ਮਹਾਪੁਰਖਾਂ ਦੀ ਬਾਣੀ ਨਹੀਂ ਹੈ, ਇਹ ਸਾਰੇ ਮਹਾਪੁਰਸ਼ਾਂ ਵਿੱਚੋਂ ਇੱਕ ਮਹਾਪੁਰਖ ਬੋਲਦੇ ਨੇ, ਧਿਆਨ ਰੱਖਣਾ, ਜਿਹਨੂੰ ਆਪਾਂ ਕਹਿੰਦੇ ਆ ਭਾਈ ਇਸ ਜਗ में ਪੁਰਖ ਏਕ ਹੈ, ਹੋਰ ਸਗੜੀ ਨਾਲ ਸਵਾਈ। ਬਾਕੀ ਸਭ ਜਿਹੜੇ ਮਹਾਪੁਰਸ਼ ਨੇ, ਸੁਦੇ ਬਾਬੇ ਨਾਨਕ ਸਾਹਿਬ, ਸੁਦੇ ਦਸੇ ਪਾਤਸ਼ਾਹੀਆਂ, ਇਹ ਸਭ ਜੀਵ ਰੂਪੀ ਇਸਤਰੀਆਂ ਸਨ ਜੋ ਰੱਬ ਨੂੰ ਖਸਮ ਕਹਿੰਦੀਆਂ ਸਨ, ਧਿਆਨ ਰੱਖਣਾ, ਜਿਹਨੂੰ ਨਾਨਕ ਸੱਚੇ ਪਾਤਸ਼ਾਹ ਆਪ ਕਹਿੰਦੇ ਸਨ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਰਿਆ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਜੀ, ਬਹੁਤ ਧਿਆਨ ਨਾਲ ਸਮਝ ਕਿ ਉਲਝਣਾ ਨਹੀਂ, ਕਨਫਿਊਜ਼ਨ ਵਿੱਚ ਨਹੀਂ ਜਾਣਾ, ਨਫ਼ਰਤ ਨਹੀਂ ਕਿਸੇ ਨਾਲ ਕਰਨੀ। ਹਰ ਭਾਸ਼ਾ ਦੇ ਵਿੱਚ ਰੱਬ ਨੂੰ ਉਹਨਾਂ ਦੇ ਸ਼ਬਦਾਂ ਦੁਆਰਾ, ਭਾਸ਼ਾ ਦੇ ਸ਼ਬਦਾਂ ਦੁਆਰਾ ਰੱਬ ਨੂੰ ਬਿਆਨ ਕੀਤਾ ਗਿਆ, ਧਿਆਨ ਰੱਖਣਾ। ਜੇ ਮਹਾਰਾਜ ਅੱਲਾ ਵੀ ਕਹਿੰਦੇ ਨੇ ਤੇ ਮਹਾਰਾਜ ਉਹਨੂੰ ਵੀ ਸਤਿਕਾਰ ਦਿੰਦੇ ਨੇ। ਅੱਲਾ ਹੈ ਪਾਕ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਅਸੀਂ ਸ਼ੱਕ ਤਾਂ ਕਰੀਏ ਜੇ ਖੁਦਾ ਦਾ ਕੋਈ ਸ਼ਰੀਕ ਹੋਵੇ, ਕੋਈ ਸ਼ਰੀਕ ਹੀ ਨਹੀਂ ਹੈ ਖੁਦਾ ਦਾ। ਸੋ ਅੱਲਾ ਵੀ ਮਹਾਰਾਜ ਨੇ ਕਿਹਾ, ਕਰੀਮ ਵੀ ਕਿਹਾ, ਧਿਆਨ ਰੱਖਣਾ, ਰਹੀਮ ਵੀ ਕਿਹਾ। ਮਹਾਰਾਜ ਨੇ ਨਾਰਾਇਣ ਸ਼ਬਦ ਵੀ ਵਰਤਿਆ, ਮਹਾਰਾਜ ਨੇ ਗੋਬਿੰਦ ਵੀ ਵਰਤਿਆ, ਗੋਬਿੰਦ ਵੀ ਵਰਤਿਆ, ਰਾਮ, ਹਨਾ, ਮਹਾਰਾਜ ਗੁਸਾਈ, ਸਾਈਂ, ਕਿੰਨੇ ਸ਼ਬਦ ਵਰਤੇ ਨੇ ਰੱਬ ਨੂੰ। ਪਰ ਉਸ ਰੱਬ ਦਾ ਜ਼ਿਕਰ ਕੀਤਾ ਜਿਹੜਾ ਰੱਬ ਸਾਡੇ ਅੰਦਰ ਵਸਦਾ ਹੈ, ਧਿਆਨ ਰੱਖਣਾ। ਮਹਾਰਾਜ ਕਹਿੰਦੇ ਰੱਬ ਨੂੰ ਖੋਜਣ ਵਾਸਤੇ ਕਦੇ ਬਾਹਰ ਨਹੀਂ ਜਾਣਾ, ਬਾਹਰ ਮੂਲ ਨਾ ਖੋਜੀਏ, ਘਰ ਮਾਹੇ ਵਿਦਾਤਾ, ਧਿਆਨ ਰੱਖਣਾ। ਸੋ ਇਹ ਜਿਹੜੇ ਭਾਸ਼ਾ ਦੇ ਸ਼ਬਦਾਂ ਦੇ ਅੱਖਰ ਨੇ, ਮਹਾਰਾਜ ਨੇ ਇਹ ਘੜੇ, ਨਾਨਕ ਸੱਚੇ ਪਾਤਸ਼ਾਹ ਜੀ ਨੇ ਗੁਰਮੁਖੀ ਦੇ ਅੱਖਰ ਘੜੇ। ਇਹਨਾਂ ਸ਼ਬਦਾਂ ਰਾਹੀਂ ਘਟ ਬੈਠੇ ਰੱਬ ਦੀ ਬਾਣੀ ਨੂੰ, ਬਾਣੀ ਜਿਵੇਂ ਹੁਣ ਇੱਧਰ ਅਸੀਂ ਪੰਜਾਬ ਵਿੱਚ ਪੰਜਾਬੀ ਬੋਲਦੇ ਆ, ਇੱਧਰ ਸੰਸਕ੍ਰਿਤ ਬੋਲਦੇ ਨੇ ਪੰਡਤ ਹੋਣੀ, ਹਨਾ, ਕਸ਼ਮੀਰ ਦੇ ਵਿੱਚ। ਫਿਰ ਹੋਰ ਕੋਈ ਐਸੇ ਨੇ ਜਿਹੜੇ ਫਾਰਸੀ ਬੋਲਦੇ ਨੇ। ਉਹਨਾਂ ਸਾਰੇ ਉਸ ਬਾਣੀਆਂ ਨੂੰ ਮਹਾਰਾਜ ਨੇ ਇਕੱਤਰਿਤ ਕੀਤਾ, ਉਹਨਾਂ ਦੇ ਸ਼ਬਦ ਵਿੱਚ ਇਕੱਤਰਿਤ ਕੀਤਾ ਤੇ ਲਿਖਿਆ ਗੁਰਮੁਖੀ ਸ਼ਬਦਾਂ ਅੱਖਰਾਂ ਵਿੱਚ। ਧਿਆਨ ਰੱਖ, ਗੁਰਮੁਖੀ ਦੇ ਅੱਖਰਾਂ ਵਿੱਚ ਇਹ ਸ਼ਬਦ ਸਾਰੇ ਬਾਣੀ ਦੇ ਜਿਵੇਂ ਉਸ ਭਾਸ਼ਾ ਦੇ ਸਨ, ਉਹਨਾਂ ਨੂੰ ਪ੍ਰੀਜ਼ਰਵ ਰੱਖਿਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਰੱਬ ਹਰ ਘਟ ਦੇ ਵਿੱਚੋਂ ਰੱਬ ਬੋਲਦੇ ਨੇ। ਧਿਆਨ ਰੱਖਣਾ, ਹਰ ਘਟ ਦੇ ਵਿੱਚ ਆ ਜਿਹੜਾ ਸ਼ਬਦ ਹੈ ਇਹ ਇੰਪੋਰਟੈਂਟ ਹੈ। ਧਿਆਨ, ਸ਼ਬਦ ਦਾ ਮਹੱਤਵ ਜਾਣੋ ਜੀ ਕਿ ਬਾਣੀ ਜਦੋਂ ਤੁਸੀਂ ਬੋਲਦੇ ਹੋ, ਹੁਣ ਆਪਣੇ ਅੰਦਰ ਮਾਲਕ ਨੇ ਘਟ ਬੈਠੇ ਤੇ ਅਸੀਂ ਜਦੋਂ ਬੋਲਦੇ ਹਾਂ ਕਿਵੇਂ ਬੋਲਣਾ ਹੈ, ਤੇ ਜਦੋਂ ਅਸੀਂ ਸੰਸਾਰ ਵਿੱਚ ਬੋਲਦੇ ਹਾਂ ਘਟ ਬੈਠੇ ਰੱਬ ਨੂੰ ਭੁਲਾ ਕੇ ਕਿਵੇਂ ਬੋਲ ਹੁੰਦਾ, ਇਸ ਗੱਲ ਨੂੰ ਵਿਚਾਰੋ। ਇੱਕ ਤਾਂ ਆਪਣੇ ਮਨ ਦੇ ਵਿੱਚ ਘਟ ਬੈਠੇ ਰੱਬ ਦੀ ਬਾਣੀ ਦਾ ਜਿਸ ਵੇਲੇ ਇਹ ਖਿਆਲ ਸਟਰਕਚਰ ਸਾਡੇ ਮਨ ਵਿੱਚ ਵਸੇਗਾ ਨਾ ਜੀ, ਕਿ ਜਿਤਨੇ ਸ਼ਬਦ ਤੁਸੀਂ ਬੋਲਦੇ ਹੋ, ਆ ਦੇਖੋ ਆ 3 ਅਵਸਥਾ ਦੇ ਪਹਿਲਾਂ ਸ਼ਬਦਾਂ ਦਾ ਧਿਆਨ ਰੱਖਣਾ ਤਾਂ ਕਿ ਅਸੀਂ ਜਿਉਂ ਪੜ੍ਹਦੇ ਜਾਵਾਂਗੇ ਅਸੀਂ ਚੌਥੀ ਅਵਸਥਾ ਤੇ ਪਹੁੰਚਣਾ ਹੈ। ਹਰ ਬੰਦੇ ਨੇ ਇਹ 3 ਅਵਸਥਾ ਦੇ ਸ਼ਬਦ ਨੇ ਇਸ ਸੰਸਾਰ ਦੇ ਵਿੱਚ। ਬਾਣੀ ਦੇ ਸ਼ਬਦਾਂ ਦੀ ਅੰਤਰ ਹੈ, ਇੱਕ ਘਾੜਤ ਹੈ, ਇਹਨੂੰ ਸਮਝੀਏ। ਪਹਿਲਾਂ ਆਪਾਂ ਕਹਿੰਦੇ ਜਿਹੜੇ ਮੁਕਤੇ ਵਾਲੇ ਸ਼ਬਦ ਨੇ, ਹਨਾ, ਉਹ ਸ਼ਬਦ ਨੇ ਜਿਨ੍ਹਾਂ ਦੁਆਰਾ ਹਰ ਬੰਦੇ ਨੇ ਮੁਕਤ ਹੋਣਾ ਹੈ, ਹਰ ਬੰਦੇ।
ਤੁਸੀਂ ਬੋਲਣਾ ਹੀ ਉਹ ਹੈ ਜਿਹਦੇ ਨਾਲ ਤੁਹਾਡਾ ਮਾਮਲਾ, ਤੁਹਾਡਾ ਮਸਲਾ ਹੱਲ ਹੋਵੇ। ਕਿਸੇ ਦਾ ਮਜ਼ਾਕ ਕਰਨ ਵਾਸਤੇ ਸ਼ਬਦ ਨਹੀਂ ਪ੍ਰਯੋਗ ਕਰਨੇ, ਕਿਸੇ ਨੂੰ ਬੇਵਕੂਫ ਬਣਾਉਣ ਵਾਸਤੇ ਸ਼ਬਦ ਨਹੀਂ ਪ੍ਰਯੋਗ ਕਰਨੇ। ਫਿਰ ਸ਼ਬਦਾਂ ਦੀ ਜਿਹੜੀ ਤਾਕਤ ਹੁੰਦੀ ਹੈ ਨਾ ਜੀ, ਉਹ ਘਟ ਜਾਂਦੀ ਹੈ। ਯਾਨੀ ਸ਼ਬਦ ਨੂੰ ਇਤਨਾ ਘੜ ਕੇ ਰੱਖੋ, ਇਤਨਾ ਧਿਆਨ ਨਾਲ ਆਪਾਂ ਨੇ ਘੜਨਾ ਹੈ। ਬਾਣੀ ਪੜ੍ਹਦਿਆਂ ਹੋਇਆਂ ਕਹਿੰਦੇ ਆਪਣਾ ਉਸ ਅੰਦਰੋਂ ਮੈਂ ਦਾ ਸ਼ਬਦ ਮਿਟੇ, ਜੋ ਆਪਾਂ ਮਜ਼ਾਕ ਕਰਦੇ ਹਾਂ ਉਹ ਖਤਮ ਹੋਵੇ, ਤੇ ਸ਼ਬਦ ਘਟ ਬੈਠੇ ਰੱਬ ਦੇ ਨਾਲ ਸਾਨੂੰ ਜੋੜੇ, ਤੇ ਸਾਡਾ ਮਨ ਜੀਵਨ ਵਿੱਚ ਇਸ ਸ਼ਬਦ ਨਾਲ ਹੀ ਮੁਕਤ ਹੋਵੇ। ਧਿਆਨ ਰੱਖਣਾ, ਇਸ ਗੱਲ ਨੂੰ ਸਮਝਣਾ ਕਿ ਪਹਿਲਾ ਜਿਹੜਾ ਸ਼ਬਦ ਹੈ ਮੁਕਤ, ਮੁਕਤੇ ਵਾਲਾ ਸ਼ਬਦ, ਧਿਆਨ, ਜਿਹਦੇ ਵਿੱਚ ਕੋਈ ਮਾਤਰਾ ਨਹੀਂ ਹੈ, ਇਹਨੂੰ ਵਿਚਾਰਿਓ। ਆਹ ਸ਼ਬਦਾਂ ਨੂੰ ਜਿਸ ਵੇਲੇ ਤੁਸੀਂ ਪੜ੍ਹੋ, ਇਹਦੇ ਨਾਲ ਅਸੀਂ ਮੁਕਤ ਹੋਵਾਂਗੇ। ਫਿਰ ਦੂਜੀ ਅਵਸਥਾ ਦੇ ਔਂਕੜ ਵਾਲੇ ਸ਼ਬਦ ਨੇ, ਧਿਆਨ ਰੱਖਣਾ। ਯਾਨੀ ਜਦੋਂ ਤੁਸੀਂ ਪੜ੍ਹੋ, ਧਿਆਨ ਨਾਲ ਪੜ੍ਹਨਾ। ਪੜ੍ਹਨ ਨਾਲ ਵਿਦਿਆਰਥੀ ਦਾ, ਸਿੱਖ ਦਾ ਜਿਹੜਾ ਰੂਟੀਨ ਹੈ ਸ਼ਬਦ ਨਾਲ, ਜਿਹੜਾ ਬਿਹੇਵ ਹੋਣਾ ਹੈ ਉਸਨੇ, ਜਿਹੜਾ ਸ਼ਬਦ ਨਾਲ ਉਹਨੇ ਆਪਣੇ ਆਪ ਨੂੰ ਪੇਸ਼ ਹੋਣਾ ਹੈ, ਇਹਨੂੰ ਜ਼ਰਾ ਸਮਝੋ। ਪਹਿਲੀ ਅਵਸਥਾ ਮੁਕਤੇ ਵਾਲੇ ਸ਼ਬਦ, ਇਹਨਾਂ ਦੇ ਥੱਲੇ ਤੁਹਾਨੂੰ ਜੇ ਕਿਤੇ ਔਂਕੜ ਮਿਲਦਾ ਹੈ, ਬਹੁਤ ਸਾਰੇ ਸਿੰਘ ਬੋਲਦੇ ਨੇ ਇਹ ਇੱਕ ਵਚਨ ਨੇ, ਹਨਾ, ਤੇ ਅਸੀਂ ਕਹਿੰਦੇ ਜੀ ਇਹ ਇੱਕ ਵਚਨ ਜਿਸ ਵੇਲੇ ਤੁਸੀਂ ਵਿਚਾਰਦੇ ਹੋ, ਇਹਨੂੰ ਆਏ ਅਵਸਥਾ ਦੇ ਵਿੱਚ ਵਿਚਾਰੋ। ਕਿਉਂਕਿ ਜਿੰਨੀ ਬਾਣੀ ਦੇ ਸ਼ਬਦ ਨੇ, ਦਾਸ ਤੁਹਾਨੂੰ ਹੌਲੀ ਹੌਲੀ ਇਹਨਾਂ ਦਾ ਜ਼ਿਕਰ ਕਰੇਗਾ ਕਿ ਐਸੇ ਕਈ ਸ਼ਬਦ ਨੇ ਜਿਹੜੀ ਬਾਣੀ ਦੇ ਭਾਸ਼ਾ ਦੇ ਵਿੱਚ ਤੁਹਾਨੂੰ ਇੱਕ ਵਚਨ ਬਹੁਵਚਨ ਬੋਲੇ ਜਾਣਗੇ। ਇੱਕ ਹੈ, ਇੱਕ ਹੈ, ਹਨਾ, ਦੁੱਖ ਦੁੱਖ, ਹਨਾ, ਇਹ ਦੁੱਖ ਇੱਕ ਵਚਨ, ਦੁੱਖ ਬਹੁਵਚਨ ਹੈ, ਕੁਛ ਸ਼ਬਦ ਬੋਲੇਗਾ, ਧਿਆਨ ਰੱਖਣਾ। ਪਰ ਆਪਾਂ ਨੂੰ ਆਹ ਜਿਹੜੇ ਅਵਸਥਾ ਦੇ ਸ਼ਬਦ ਨੇ, ਇਹਨਾਂ ਉੱਤੇ ਇੱਕ ਵਿਸ਼ੇਸ਼ ਤੌਰ ਤੇ ਸਾਨੂੰ ਇੱਕ ਖਿਆਲ ਰੱਖਣਾ ਚਾਹੀਦਾ ਹੈ ਕਿ ਇਹ ਤਿੰਨ ਪ੍ਰਕਾਰ ਦੀਆਂ ਸਾਡੀਆਂ ਅਵਸਥਾਵਾਂ ਪੜ੍ਹਨ ਦੀਆਂ ਸਾਡੇ ਅੰਦਰ ਮਹਾਰਾਜ ਸਮਝਾਉਣਗੇ, ਸਾਡੇ ਅੰਦਰ ਵਸਾਉਣਗੇ। ਹਰੇਕ ਬੰਦੇ ਦੇ ਮਨ ਵਿੱਚ ਇਹ ਗੱਲ ਵਸਣੀ ਚਾਹੀਦੀ ਹੈ ਕਿ ਸਾਡੇ ਅੰਦਰ ਜਿਹੜੇ ਰੱਬ ਜੀ ਵਸਦੇ ਨੇ, ਧਿਆਨ ਰੱਖਣਾ। ਇਹ ਸਤੋ, ਘਟ ਬੈਠੇ ਰੱਬ ਦਾ ਅਰਥ ਸਮਝੋ। ਸਤੋ ਦਾ ਅਰਥ ਹੈ ਗਿਆਨ ਲੈਣਾ, ਘਟ ਬੈਠੇ ਰੱਬ ਦਾ ਪਤਾ ਲਗਾਉਣਾ, ਮਨ ਉਸ ਸਤੋ ਦੇ ਨਾਲ ਚੰਗੇ ਖਿਆਲਾਂ ਨਾਲ ਜੁੜਨਾ, ਹਨਾ, ਜੀਵਨ ਵਿੱਚ ਇਸ ਕਿਰਿਆ ਨੂੰ ਪ੍ਰਾਪਤ ਕਰਨਾ। ਫਿਰ ਜਿਹੜਾ ਇਹ ਗਿਆਨ ਅਸੀਂ ਲੈਣੇ ਆ, ਇਹਨੂੰ ਰਜੋ ਕਰਨਾ। ਰਜੋ ਦਾ ਅਰਥ ਹੈ ਜੋੜਨਾ। ਜੋੜਨਾ ਦਾ ਅਰਥ ਹੈ ਕਿ ਆਪਣੇ ਅੰਦਰ ਜਿਹੜੀ ਗੱਲ ਸਿੱਖੀ ਹੈ ਤੇ ਉਸ ਨੂੰ ਫਿਰ ਸੰਸਾਰ ਦੇ ਵਿੱਚ ਲੈ ਕੇ ਆਉਣੀ। ਉਹਨੂੰ ਜਿਹੜੀ ਗੱਲ ਸਿੱਖੀ ਹੈ ਉਹਨੂੰ ਬੁੱਝਣਾ, ਉਹਨੂੰ ਰਿਅਲਾਈਜ਼ ਕਰਨਾ, ਧਿਆਨ ਰੱਖਣਾ। ਫਿਰ ਤੀਸਰੀ ਜਿਹੜੀ ਅਵਸਥਾ ਹੈ ਤਮੋ ਦੀ, ਕਹਿੰਦੇ ਤਮੋ ਦਾ ਅਰਥ ਹੈ ਕਿ ਫਿਰ ਜਿਹੜਾ ਤੁਸੀਂ ਗੱਲ ਸਿੱਖੀ ਹੈ ਇਹਨੂੰ ਤੁਸੀਂ ਹੁਣ ਬੋਲ ਰਹੇ ਹੋ, ਇਹਨੂੰ ਫਿਰ ਬੱਚਿਆਂ ਰਾਹੀਂ, ਯਾਨੀ ਆਪਣੇ ਪਰਿਵਾਰ ਰਾਹੀਂ, ਧਿਆਨ ਰੱਖਣਾ, ਸੰਸਾਰ ਦੇ ਵਿੱਚ ਕਹਿੰਦੇ ਇਹਨੂੰ ਲੈ ਕੇ ਆਓ। ਇਹ ਤਾਮਸਿਕ ਗੁਣ, ਇਹਨੂੰ ਇਸ ਖਿਆਲ ਦੇ ਵਿੱਚ ਹਾਲੇ ਇਹਦੇ ਅਰਥ ਨਾ ਕਰਿਓ, ਧਿਆਨ ਰੱਖਣਾ। ਫਿਰ ਜਿਹੜੀ ਚੌਥੀ ਅਵਸਥਾ ਹੁੰਦੀ ਹੈ, ਇਸ ਜੀਵਨ ਦੀ ਬਹੁਤ ਉੱਚੀ ਅਵਸਥਾ ਹੁੰਦੀ ਹੈ, ਜਿਹਨੇ ਤਿੰਨੋਂ ਗੁਣਾਂ ਨੂੰ ਸਮਝਿਆ ਹੁੰਦਾ ਹੈ, ਆਪਣੇ ਅੰਦਰ ਸਹੀ ਗੱਲ ਨੂੰ, ਧਿਆਨ ਰੱਖਣਾ, ਸਤੋ, ਫਿਰ ਉਹਨੂੰ ਜੋੜਿਆ ਆਪਣੇ ਜੀਵਨ ਦੇ ਵਿੱਚ, ਰਿਅਲਾਈਜ਼ ਕੀਤਾ, ਬੁੱਝਿਆ, ਤੇ ਬੁੱਝਣ ਤੋਂ ਬਾਅਦ ਫਿਰ ਉਹਨੂੰ ਆਪਣੇ ਸੰਸਾਰ ਦੇ ਵਿੱਚ ਉਹਦੇ ਦਰਸ਼ਨ ਕੀਤੇ, ਧਿਆਨ ਰੱਖਣਾ। ਆ ਜਿਹੜਾ ਤੁਹਾਡਾ ਦਰਸ਼ਨ ਹੁੰਦਾ ਨਾ ਸੰਸਾਰ ਦੇ ਵਿੱਚ, ਤੁਹਾਡਾ ਦਰਸ਼ਨ ਨਹੀਂ ਹੁੰਦਾ, ਇਹ ਰੱਬ ਦਰਸ਼ਨ ਦਿੰਦਾ ਤੁਹਾਡੇ ਵਿੱਚੋਂ, ਧਿਆਨ ਰੱਖਣਾ। ਮਹਾਰਾਜ ਕਹਿੰਦੇ ਜੋ ਦਿਸੈ ਸੋ ਤੇਰਾ ਰੂਪ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਅਸੀਂ ਉਸ ਰੱਬ ਨਾਲ ਜੁੜ ਰਹੇ ਹਾਂ ਜਿਹਨੇ ਇਹ ਰੱਬ ਨੇ ਜੱਗ ਬਣਾਇਆ ਹੈ, ਤੇ ਇਸ ਜੱਗ ਦੇ ਵਿੱਚ ਰੱਬ ਆਪ ਵਸ ਰਿਹਾ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾਂ ਵਿੱਚ ਵਾਸ। ਇੱਕ ਨਾ ਹੁਕਮ ਸਮਾਇ ਲੈ, ਇੱਕ ਨਾ ਹੁਕਮੈ ਕਰੇ ਵਿਨਾਸ਼। ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਭੇ ਆਖ ਨਾ ਜਾਪੇ, ਜੇ ਕਿਸੇ ਆਨੇ ਰਾਸ। ਨਾਨਕ ਗੁਰਮੁਖ ਜਾਣੀਏ, ਜਾਂ ਕੋ ਆਪ ਕਰੇ ਵਿਨਾਸ਼। ਜੀਵਨ ਵਿੱਚ ਕਹਿੰਦੇ ਭਾਈ ਇਸ ਗੱਲ ਨੂੰ ਸਮਝਣਾ ਕਿ ਜਿਹੜਾ ਰੱਬ ਦਾ ਜਿਹੜਾ ਸਰੂਪ ਹੈ, ਤੁਹਾਡੇ ਸਾਡੇ ਸਰੀਰ ਦੇ ਵਿੱਚੋਂ ਰੱਬ ਦਿਖਣਾ ਚਾਹੀਦਾ ਹੈ। ਕਿਹਨੂੰ ਦਿਖਣਾ ਚਾਹੀਦਾ ਹੈ? ਆਪਾਂ ਨੂੰ ਵੀ ਦਿਖੇ, ਜੱਗ ਨੂੰ ਵੀ ਦਿਖੇ, ਤੇ ਜੱਗ ਦੇ ਸਰੀਰ ਦੇ ਵਿੱਚੋਂ ਆਪਾਂ ਨੂੰ ਰੱਬ ਦਿਖੇ, ਹਨਾ। ਹਾਲੇ ਤਾਂ ਆਪਾਂ ਹੀ ਦਿਖ ਰਹੇ ਹਾਂ, ਆਪਣੇ ਭੈੜੇ ਖਿਆਲ ਦਿਖ ਰਹੇ ਨੇ। ਅਸੀਂ ਜਿਹੜੇ ਹੁਣ ਇੱਕ ਦੂਜੇ ਨਾਲ ਬੋਲਦੇ ਹਾਂ ਸ਼ਬਦਾਂ ਰਾਹੀਂ, ਇੱਕ ਦੂਜੇ ਨੂੰ ਜਿਹੜਾ ਅਸੀਂ ਸਮਝਾਉਂਦੇ ਆ, ਉਹ ਮਾੜੀਆਂ ਗੱਲਾਂ ਸਮਝਾ ਦਿੰਦੇ, ਧਿਆਨ ਰੱਖਣਾ।
ਅਸੀਂ ਰੱਬ ਦੇ ਨਾਲ ਜੁੜੇ ਨਹੀਂ ਹੁੰਦੇ, ਰੱਬ ਦੀ ਗੱਲ ਸਮਝਾਉਂਦੇ ਨਹੀਂ, ਰੱਬ ਵਰਗਾ ਹਰ ਬੰਦੇ ਨੂੰ ਕਹਿੰਦੇ ਸਮਝਾਇਆ ਹੀ ਬਣਨਾ ਹੈ। ਮਨਮੁਖ ਤਾਂ ਬੰਦਾ ਆਰਾਮ ਨਾਲ ਬਣ ਜਾਂਦਾ ਹੈ, ਗੁਰਮੁਖ ਬਣਨਾ ਬਹੁਤ ਔਖਾ ਹੈ। ਮਹਾਰਾਜ ਨੇ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਜਦੋਂ ਤੱਕ ਸ੍ਰਿਸ਼ਟੀ ਰਹੇਗੀ, ਗੁਰਮੁਖ ਦੀ ਅਵਸਥਾ ਦਾ ਜ਼ਿਕਰ ਕੀਤਾ ਕਿ ਪਹਿਲਾਂ ਵੀ ਗੁਰਮੁਖ ਸਨ, ਹੁਣ ਵੀ ਗੁਰਮੁਖ ਰਹਿਣਗੇ, ਤਾਂ ਉਹਨਾਂ ਦਾ ਉਧਾਰ ਹੋਣਾ। ਜੇ ਉਹ ਹਾਲੇ ਮਨ ਵੱਲ ਮੁਖ ਰੱਖ ਕੇ ਚੱਲਣਗੇ, ਮਹਾਰਾਜ ਕਹਿੰਦੇ ਭਾਈ ਉਹ ਦੁਖੀ ਹੋਣਗੇ। ਸੋ ਇਹਨਾਂ ਤਿੰਨਾਂ ਅਵਸਥਾ ਨੂੰ ਪਹਿਲਾਂ ਧਿਆਨ ਰੱਖਿਓ ਕਿ ਪਹਿਲਾਂ ਮੈਂ ਗੱਲ ਚੰਗੀ ਤਰ੍ਹਾਂ ਸਿੱਖਣੀ ਹੈ, ਉਹਨੂੰ ਸਿੱਖ ਕੇ ਆਪਣੇ ਅੰਦਰ ਧਿਆਨ ਦੇਣਾ ਹੈ, ਤੇ ਉਹਨੂੰ ਆਪਣੇ ਅੰਦਰ ਇਤਨਾ ਵਸਾਉਣਾ, ਸਿਹਾਰੀ ਲਾ ਕੇ ਬੋਲਣਾ, ਉੱਤੇ ਇਤਨਾ ਵਸਾਉਣਾ ਕਿ ਉਹ ਜੀਵਨ ਵਿੱਚ ਅਸੀਂ ਜਦੋਂ ਕਿਸੇ ਨੂੰ ਬੋਲੀਏ ਤਾਂ ਉਹਦਾ ਅਰਥ ਨਿਕਲੇ, ਉਹਦਾ ਮੀਨਿੰਗਫੁਲ ਬੋਲਣ ਦਾ ਖਿਆਲ ਹੋਵੇ। ਨਹੀਂ ਤਾਂ ਜੀਵਨ ਵਿੱਚ ਅਸੀਂ ਉਲਝ ਜਾਂਦੇ, ਉਲਝਾ ਦਿੰਦੇ ਹਾਂ ਕਿਸੇ ਨੂੰ। ਸੋ ਜੀਵਨ ਵਿੱਚ ਫਿਰ ਚੌਥੀ ਅਵਸਥਾ ਵਿੱਚ ਜਿਹੜਾ ਪਹੁੰਚਦਾ ਹੈ, ਯਾਨੀ ਉਹ ਜੀਵਨ ਦੀ ਸਭ ਤੋਂ ਉੱਚੀ ਅਵਸਥਾ ਹੈ। ਉਹ ਜੀਵਨ ਵਿੱਚ ਜਿਹੜਾ ਹੁਣ ਬੋਲਦਾ ਹੈ, ਰੱਬ ਵਾਂਗੂ ਬੋਲਦਾ ਹੈ। ਧਿਆਨ ਰੱਖਣਾ। ਸੋ ਜਿਤਨੇ ਗੁਰਮੁਖ ਹੁੰਦੇ ਨੇ ਇਸ ਚੌਥੀ ਅਵਸਥਾ ਦੇ ਵਿੱਚ ਬੋਲੇ, ਧਿਆਨ ਰੱਖਣਾ। ਯਾਨੀ ਨਾਨਕ ਸੱਚੇ ਪਾਤਸ਼ਾਹ ਵਿੱਚ ਰੱਬ ਸੀ, ਤੇ ਨਾਨਕ ਸੱਚੇ ਪਾਤਸ਼ਾਹ ਜਿਸ ਵੇਲੇ ਉਸ ਰੱਬ ਦੀ ਗੱਲ ਨੂੰ ਬੋਲਦੇ ਨੇ, ਕਹਿੰਦੇ ਭਾਈ ਉਹ ਜਿਹੜੇ ਰੱਬ ਸੀਗੇ ਉਹ ਬਾਣੀ ਰਾਹੀਂ ਸਮਝਾਉਂਦੇ ਸੀ ਨਾਨਕ ਪਾਤਸ਼ਾਹ, ਤੇ ਨਾਨਕ ਪਾਤਸ਼ਾਹ ਉਸ ਬਾਣੀ ਰਾਹੀਂ ਜਿਹੜੀ ਭਾਸ਼ਾ ਦੇ ਸ਼ਬਦ ਬੋਲਦੇ ਸੀਗੇ, ਲੋਕ ਉਹਨਾਂ ਨੇ, ਮਹਾਰਾਜ ਨੇ ਬੜੀ ਭਾਸ਼ਾ ਦੇ ਸ਼ਬਦ ਸਿੱਖੇ ਹੋਏ ਸੀਗੇ। ਧਿਆਨ ਰੱਖਣਾ, ਪਟਵਾਰੀ ਸਾਹਿਬ ਦੇ ਬੱਚੇ ਸਨ, ਉਹਨਾਂ ਨੂੰ ਮਹਾਰਾਜ ਨੇ, ਯਾਨੀ ਛੋਟੀ ਜਿਹੀ ਉਮਰ ਦੇ ਵਿੱਚ ਹੀ ਮਹਾਰਾਜ ਨੇ ਬਹੁਤ ਸਾਰੇ ਸ਼ਬਦ ਆਪਣੇ ਅੰਦਰ ਉਹਨਾਂ ਨੇ ਪਹਿਲਾਂ ਗ੍ਰਹਿਣ ਕੀਤੇ, ਭਾਸ਼ਾ ਬੋਲਣੀਆਂ ਸਿੱਖੀਆਂ। ਸੇ ਮਹਾਰਾਜ ਫਿਰ ਘੱਟ ਬੈਠੇ ਰੱਬ ਦੀ ਬਾਣੀ ਉਸ ਭਾਸ਼ਾ ਦੇ ਸ਼ਬਦ ਰਾਹੀਂ ਉਚਾਰਨ ਕਰਦੇ, ਗਾਉਂਦੇ। ਧਿਆਨ ਰੱਖਣਾ, ਇਹ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਪੰਜਾਬੀ ਵਿੱਚ ਨਹੀਂ ਹੈ, ਯਾਦ ਰੱਖਿਓ। ਇਹ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਵਿੱਚ ਨੇ। ਗੁਰਮੁਖੀ ਇੱਕ ਲਿਪੀ ਹੈ, ਇੱਕ ਸਕ੍ਰਿਪਟ ਹੈ। ਇਸ ਸਕ੍ਰਿਪਟ ਦੇ ਵਿੱਚ ਧਿਆਨ ਰੱਖਣਾ, ਇਹ ਸਾਰੇ ਸ਼ਬਦ ਮਹਾਰਾਜ ਨੇ ਪਾਏ। ਸੋ ਆਪਾਂ ਇਸ ਗੱਲ ਨੂੰ ਵਿਚਾਰਿਓ ਕਿ ਘੱਟ ਬੈਠੇ ਰੱਬ ਦੇ ਸ਼ਬਦ ਅਸੀਂ ਕਿਵੇਂ ਬੋਲਣੇ ਨੇ, ਅਸੀਂ ਸਿੱਖਣਾ, ਤੇ ਅਸੀਂ ਸੰਸਾਰ ਦੇ ਵਿੱਚ ਕਿਵੇਂ ਬੋਲਦੇ ਹਾਂ, ਹਨਾ। ਅਸੀਂ ਬਿਨਾਂ ਸਿੱਖੇ, ਦੇਖੋ ਜਿਹੜੇ ਅਨਪੜ੍ਹ ਹੁੰਦੇ ਨੇ ਪੰਜਾਬ ਦੇ, ਪੰਜਾਬੀ ਬੋਲਦੇ ਨੇ, ਅਨਪੜ੍ਹ, ਸਕੂਲ ਨਹੀਂ ਗਿਆ ਹਲੇ, ਪੰਜਾਬੀ ਬੋਲਦੇ। ਇਸ ਤਰ੍ਹਾਂ ਹੀ ਜਿਹੜੇ ਅਮਰੀਕਾ ਵਿੱਚ ਅੰਗਰੇਜ਼ ਨੇ, ਉਹ ਹਾਲੇ ਸਕੂਲ ਨਹੀਂ ਜਾਂਦੇ, ਪਹਿਲੇ ਅੰਗਰੇਜ਼ੀ ਬੋਲਣ ਲੱਗ ਜਾਂਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਹਰੇਕ ਅੰਗਰੇਜ਼ੀ ਬੋਲਣ ਵਾਲਾ ਪੜ੍ਹਿਆ ਲਿਖਿਆ ਹੁੰਦਾ ਹੈ ਨਾ, ਐਸਾ ਨਹੀਂ ਹੈ। ਇਹ ਗੱਲ ਯਾਦ ਰੱਖਣਾ। ਅਨਪੜ੍ਹ ਬੱਚੇ ਜਿਹੜੇ ਸਕੂਲਾਂ 'ਚ ਨਹੀਂ ਜਾਂਦੇ, ਅਮਰੀਕਾ, ਕੈਨੇਡਾ, ਉੱਥੇ UK ਵਿੱਚ, ਉਹ ਵੀ ਬਹੁਤ ਵਧੀਆ ਅੰਗਰੇਜ਼ੀ ਬੋਲਦੇ ਨੇ, ਤੇ ਅਸੀਂ ਸਮਝਦੇ ਬੜਾ ਪੜ੍ਹਾ ਲਿਖਿਆ ਜੀ ਉਹ, ਹਨਾ। ਐਸਾ ਪੜ੍ਹਿਆ ਲਿਖਿਆ ਨਹੀਂ ਹੁੰਦਾ। ਜੀਵਨ ਦੇ ਵਿੱਚ ਉਹ ਉਹਨਾਂ ਦੀ ਮਾਤਰ ਭਾਸ਼ਾ ਹੈ, ਉਹ ਬਚਪਨ ਤੋਂ ਸੁਣਦੇ ਆ ਰਹੇ ਨੇ ਉਸ ਸ਼ਬਦਾਂ ਨੂੰ। ਬੱਚਾ ਅੰਗਰੇਜ਼ੀ ਬੋਲਦਾ ਪਰ ਅੰਗਰੇਜ਼ੀ ਪੜ੍ਹਨੀ ਨਹੀਂ ਜਾਂਦਾ, ਛੋਟਾ ਬੱਚਾ ਹੈ, ਨਹੀਂ ਜਾਣਦਾ, ਬੋਲਦਾ ਹੈ ਕਿਉਂਕਿ ਉਹਨੇ ਗੱਲ ਜੋ ਸੁਣੀ ਹੈ ਉਹੀ ਬੋਲਦਾ ਹੈ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਜੋ ਕੰਨਾਂ ਦੇ ਵਿੱਚ ਤੁਸੀਂ ਗੱਲ ਪਾਉਨੇ ਹੋ, ਤੁਸੀਂ ਫਿਰ ਉਸ ਤਰ੍ਹਾਂ ਹੀ ਬੋਲਣ ਲੱਗ ਜਾਂਦੇ ਹੋ, ਉਹੀ ਭਾਸ਼ਾ ਬੋਲਣ ਲੱਗ ਜਾਂਦੇ ਹੋ। ਧਿਆਨ ਰੱਖਣਾ, ਜਿਹੜਾ ਬੰਦਾ ਡੈਫ ਹੁੰਦਾ ਨਾ, ਡੈਫ ਯਾਨੀ ਜਿਹੜਾ ਬੰਦਾ ਕੰਨਾਂ ਤੋਂ ਬੋਲਾ ਹੁੰਦਾ ਹੈ, ਉਹ ਫਿਰ ਬੋਲ ਵੀ ਨਹੀਂ ਸਕਦਾ, ਉਹ ਡੰਮ ਵੀ ਹੁੰਦਾ। ਡੈਫ ਐਂਡ ਡੰਮ ਸਕੂਲ ਸੁਣੇ ਹੋਣੇ ਤੁਸੀਂ, ਧਿਆਨ ਰੱਖਣਾ। ਸੋ ਇਸ ਗੱਲ ਨੂੰ ਥੋੜਾ ਜਿਹਾ ਸਮਝਣਾ, ਆਪਾਂ ਇਸ ਗੱਲ ਦੇ ਉੱਤੇ ਧਿਆਨ ਦੇ ਰਹੇ ਹਾਂ ਕਿ ਆਹ ਜਿਹੜੇ ਸ਼ਬਦ ਨੇ, ਕੁਝ ਸਾਡੇ ਸ਼ਬਦ ਸੰਸਾਰ ਦੇ ਨਿਕਲਦੇ ਨੇ, ਹਨਾ, ਜੋ ਅੰਦਰੋਂ ਅਸੀਂ ਬੋਲਦੇ ਹਾਂ। ਕੁਝ ਸ਼ਬਦ ਅਸੀਂ ਮਾਲਕ ਘੱਟ ਬੈਠੇ ਰੱਬ ਦੇ ਸੁਣਦੇ ਹਾਂ ਅੰਦਰ, ਹਨਾ। ਕੁਝ ਰੱਬ ਦੇ ਸਾਡੇ ਅੰਦਰ ਧਿਆਨ ਦਿੰਦੇ ਹਾਂ ਅਸੀਂ, ਕੁਝ ਸਾਡੇ ਸੰਸਾਰ ਦੇ ਸ਼ਬਦਾਂ ਵੱਲ ਧਿਆਨ ਜਾਂਦਾ ਹੈ, ਕੁਝ ਸ਼ਬਦ ਸਾਡੇ ਅੰਦਰ ਵਸਦੇ ਨੇ, ਅੰਦਰ ਰੱਬ ਦੇ, ਹਨਾ। ਕੁਝ ਸ਼ਬਦ ਸੰਸਾਰ ਦੇ ਸਾਡੇ ਅੰਦਰ ਵਸ ਜਾਂਦੇ ਨੇ। ਹੁਣ ਆਹ ਦੋ ਭਾਸ਼ਾ ਦੇ ਦੋ ਚੈਨਲ ਨੇ, ਇੱਕ ਗੁਰਮੁਖ ਦਾ ਚੈਨਲ ਹੈ, ਇੱਕ ਮਨਮੁਖ ਦਾ ਚੈਨਲ ਹੈ। ਸ਼ਬਦ ਉਹੀ ਬੋਲ ਰਹੇ, ਧਿਆਨ ਰੱਖੋ, ਸ਼ਬਦ ਉਹੀ ਬੋਲਦੇ ਆ। ਅਸੀਂ ਸ਼ਬਦਾਂ ਨੂੰ ਘੜਨਾ ਹੈ, ਗੁਰਬਾਣੀ ਦੇ ਸ਼ਬਦਾਂ ਰਾਹੀਂ ਆਪਣੇ ਸ਼ਬਦ ਨੂੰ ਘੜਨਾ, ਤਾਂ ਕਿ ਅਸੀਂ ਰੱਬ ਨਾਲ ਬੋਲੀਏ, ਰੱਬ ਵਾਂਗੂ ਬੋਲੀਏ, ਰੱਬ ਦੇ ਵਿੱਚ ਬੋਲਦਿਆਂ ਸਮਾ ਜਾਈਏ। ਧਿਆਨ ਰੱਖਣਾ, ਅਸੀਂ ਕੀ ਕਰਦੇ ਹਾਂ, ਸੰਸਾਰ ਵਾਂਗੂ ਬੋਲਦੇ ਹਾਂ, ਸੰਸਾਰ ਦੇ ਗੱਲਾਂ ਕਰਦੇ ਹਾਂ, ਰੱਬ ਦੀ ਗੱਲ ਚੇਤੇ ਨਹੀਂ ਆਉਂਦੀ ਸਾਡੇ ਸ਼ਬਦਾਂ ਰਾਹੀਂ, ਤੇ ਅਸੀਂ ਸੰਸਾਰ ਦੇ ਵਿੱਚ ਸਮਾਏ ਰਹਿੰਦੇ, ਮਾਇਆ ਵਿੱਚ ਸਮਾਇਆ ਰਹਿੰਦਾ ਸਾਡਾ। ਧਿਆਨ ਰੱਖਣਾ, ਸੰਸਾਰ, ਇਹ ਸੰਸਾਰ ਜਿਹੜਾ ਮਾਇਆ ਹੈ,
ये शरीर जिहड़ा है माया है, ध्यान रखना। ये जितनी रचना सानू दिख रही है ये माया है, ये अंजन है। ਅਸੀਂ ਨਿਰੰਜਨ ਨੂੰ ਧਿਆਉਣਾ ਹੈ, ਜਿਹੜਾ ਅੰਜਨ ਨੂੰ ਬਣਾਉਂਦਾ ਹੈ। ਅਸੀਂ ਜਿਹੜੇ ਇਧਰਲੇ ਸ਼ਬਦ ਨਾ ਰੱਬ ਘੱਟ ਬੈਠੇ ਮਾਲਕ ਦੇ ਸ਼ਬਦ, ਇਹਨਾਂ ਨੂੰ ਅਸੀਂ ਬੋਲਣਾ ਸਿੱਖਣਾ ਆਮ ਸ਼ਬਦਾਂ ਦੁਆਰਾ, ਜਿਹੜੇ ਸ਼ਬਦਾਂ ਦੇ ਭਾਸ਼ਾ ਦੇ ਵਿੱਚ ਅਸੀਂ ਬੋਲਦੇ ਹਾਂ। ਇਹ ਗੱਲ ਦਿਮਾਗ 'ਚ ਪਹਿਲਾਂ ਬਿਠਾਓ, ਧਿਆਨ ਰੱਖਣਾ। ਸੋ ਜੀਵਨ ਵਿੱਚ ਸ਼ਬਦ ਨਾਲ ਕੀ ਹੁੰਦਾ, ਪਹਿਲਾਂ ਗੱਲ ਸੁਣੋ। ਸ਼ਬਦ ਬਹੁਤ ਤਾਕਤਵਰ ਹੁੰਦਾ ਹੈ। ਜਿਹੜੀ ਭਾਸ਼ਾ ਦਾ ਸ਼ਬਦ ਤੁਸੀਂ ਬੋਲਦੇ ਹੋ, ਜੇ ਤੁਸੀਂ ਗੁਰਬਾਣੀ ਰਾਹੀਂ ਉਹਨੂੰ ਘੜ ਲਓ, ਆਪਣੇ ਸ਼ਬਦ ਕਿਤੇ ਗੁਰਬਾਣੀ ਰਾਹੀਂ ਘੱਟ ਬੈਠੇ ਰੱਬ ਦੇ ਜ਼ਿਕਰ ਦੇ ਰਾਹੀਂ, ਕਹਿੰਦੇ ਘੱਟ ਬੈਠੇ ਰੱਬ ਨਾਲ ਜੁੜਨ ਵਾਸਤੇ ਬਾਣੀ ਜਿਹੜੀ ਰੱਬ ਬੋਲਦੇ ਨੇ, ਅਸੀਂ ਜਿਸ ਵੇਲੇ ਬੋਲਦੇ ਤੇ ਘੱਟ ਬੈਠੇ ਰੱਬ ਨਾਲ ਅਸੀਂ ਜੁੜਦੇ ਹਾਂ ਅੰਦਰ, ਇਹਦੇ ਨਾਲ ਕਾਲ ਖਤਮ ਹੁੰਦਾ ਹੈ। ਕਹਿੰਦੇ ਸ਼ਬਦੇ ਕਾਲ ਮਾਰ ਸੱਚ ਉਧਾਰ, ਫਿਰ ਆਵਨ ਜਾਨ ਨਾ ਹੋਇਆ। ਕਹਿੰਦੇ ਆ ਜਿਹੜੇ ਬਾਣੀ ਦੇ ਸ਼ਬਦਾਂ ਰਾਹੀਂ ਜਿਸ ਵੇਲੇ ਆਪਾਂ ਆਪਣੇ ਸ਼ਬਦਾਂ ਨੂੰ ਘੜਦੇ ਹਾਂ ਤੇ ਘੱਟ ਬੈਠੇ ਰੱਬ ਦਾ ਜ਼ਿਕਰ ਕਰਨਾ ਸਿੱਖਦੇ ਹਾਂ, ਤੇ ਫਿਰ ਘੱਟ ਬੈਠੇ ਰੱਬ ਨੂੰ ਗਾਉਣ ਲੱਗ ਜਾਂਦੇ ਆ, ਫਿਰ ਸਾਡੀ ਸੁਰਤ ਘੱਟ ਬੈਠੇ ਰੱਬ ਵੱਲ ਕੇਂਦਰਿਤ ਹੁੰਦੀ ਹੈ, ਤੇ ਫਿਰ ਉਸ ਗਾਉਂਦੇ ਗਾਉਂਦੇ ਉਸ ਅੰਦਰ ਸਮਾਉਣੇ ਆ। ਫਿਰ ਜਿਹੜਾ ਕੁਝ ਤੁਸੀਂ ਫਿਰ ਬੋਲੋਗੇ, ਫਿਰ ਤੁਸੀਂ ਨਹੀਂ ਬੋਲੋਗੇ, ਰੱਬ ਬੋਲਦਾ ਹੋਏਗਾ ਤੁਹਾਡੇ ਵਿੱਚੋਂ। ਧਿਆਨ, ਫਿਰ ਆਪਾਂ ਨਹੀਂ ਬੋਲਾਂਗੇ, ਰੱਬ ਬੋਲਦੇ ਹੋਣਗੇ। ਇਸ ਚੈਨਲ ਨੂੰ ਪਹਿਲਾਂ ਕਲੀਅਰ ਕਰੋ ਜੀ। ਇਹ ਵਿਦਿਆ ਦਾ ਘਰ ਹੈ, ਇੱਥੇ ਅੰਡਰਸਟੈਂਡਿੰਗ ਸਿੱਖਣੀ। ਇਹ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਿੱਖ ਕਮਿਊਨਿਟੀ ਵਾਸਤੇ ਨਹੀਂ ਹੈ, ਇਹ ਸਿੱਖਣ ਵਾਸਤੇ ਹੈ। ਜਿਹੜਾ ਜਿਹੜਾ ਸਿੱਖੇਗਾ, ਚਾਹੇ ਕੋਈ ਹਿੰਦੂ ਵੀਰ ਸਿੱਖੇ, ਮੁਸਲਮਾਨ ਸਿੱਖੇ, ਚਾਹੇ ਉਹ ਅੰਗਰੇਜ਼ੀ ਬੋਲਣ ਵਾਲਾ ਵੀਰ ਸਿੱਖੇ, ਚਾਹੇ ਉਹ ਫਾਰਸੀ ਬੋਲਣ ਵਾਲਾ ਸਿੱਖੇ, ਚਾਹੇ ਕਿਸੇ ਭਾਸ਼ਾ ਦਾ ਬੋਲਣ ਵਾਲਾ ਸਿੱਖੇ, ਉਹ ਫਿਰ ਆਪਣੇ ਭਾਸ਼ਾ ਦੇ ਵਿੱਚ ਰੱਬ ਦੀ ਗੱਲ ਬੋਲਣ ਲੱਗ ਜਾਏਗਾ। ਰੱਬ ਉਹਦੇ ਵਿੱਚੋਂ ਬੋਲਦਾ ਸੁਣਾਈ ਦੇਗਾ। ਧਿਆਨ ਰੱਖਣਾ। ਫਿਰ ਉਹ ਭਗਤ ਜਿਹੜਾ ਹੋਊਗਾ, ਕਿਸੇ ਵੀ ਜਾਤੀ ਦਾ ਹੋਵੇ, ਉਹਦੇ ਵਿੱਚੋਂ ਰੱਬ ਬੋਲਦਾ ਹੋਏਗਾ। ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ ਰਮਿਆ ਹੋਇਆ, ਫਿਰ ਸਭ ਦੇ ਵਿੱਚੋਂ ਬੋਲਦਾ ਹੈ। ਰਾਮ ਬਿਨਾ ਕੋ ਬੋਲੇ ਰੇ, ਰਮੇ ਹੋਏ ਰਾਮ ਤੋਂ ਬਿਨਾ ਕੋਈ ਦੂਜਾ ਨਹੀਂ ਬੋਲਦਾ। ਇਹ ਧਰਤੀ ਦੇ ਉੱਤੇ ਜਿਹੜੀ ਗੱਲ ਬੋਲਣ ਵਾਲੀ ਹੁੰਦੀ ਹੈ, ਜਿਹੜੀ ਗੱਲ ਸਹੀ ਬੋਲਣ ਵਾਲੀ ਹੁੰਦੀ ਹੈ, ਦੁਖਦਾਈ ਲੋਕਾਂ ਨੂੰ ਉਲਝਾਉਣ ਵਾਲੀ ਗੱਲਾਂ, ਉਹ ਤਾਂ ਸੰਸਾਰ ਬੋਲਦਾ ਹੈ ਸ਼ਬਦਾਂ ਦੁਆਰਾ। ਕਿਸੇ ਭਾਸ਼ਾ ਦਾ ਬੋਲਦਾ ਹੋਵੇ, ਉਹ ਫਿਰ ਦੁਖੀ ਹੁੰਦਾ ਹੈ, ਕਲੇਸ਼ ਵਿੱਚ ਹੁੰਦਾ ਹੈ। ਧਿਆਨ ਰੱਖਣਾ। ਉਹਦੇ ਨਾਲ ਕਾਲ ਨਹੀਂ ਮਰਦਾ, ਉਹਦੇ ਨਾਲ ਜੀਵਨ ਜਰਾ ਰੋਗ ਵਿੱਚ ਰਹਿੰਦਾ ਹੈ, ਉਹਦੇ ਨਾਲ ਬੰਦਾ ਰੋਗੀ ਰਹਿੰਦਾ ਹੈ। ਸੋ ਮਹਾਰਾਜ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ। ਆ ਜਿਹੜੀ ਬਾਣੀ ਹੈ ਨਾ, ਘੱਟ ਬੈਠੇ ਰੱਬ ਦੀ ਬਾਣੀ, ਤੁਸੀਂ ਜਿਹੜੀ ਮਰਜ਼ੀ ਭਾਸ਼ਾ ਦੇ ਸ਼ਬਦ ਬੋਲੋ, ਜਿਹਦੇ ਅੰਦਰ ਘੱਟ ਬੈਠੇ ਰੱਬ ਦੀ ਬਾਣੀ ਵਿਸਰ ਜਾਏਗੀ ਨਾ, ਘੱਟ ਬੈਠੇ ਰੱਬ ਨਾਲ ਉਸ ਸ਼ਬਦ ਰਾਹੀਂ ਬਾਣੀ ਨਾਲ ਨਹੀਂ ਜੁੜ ਰਿਹਾ ਨਾ, ਤੇ ਮਹਾਰਾਜ ਕਹਿੰਦੇ ਜਿਉਂ ਪੱਕਾ ਰੋਗੀ ਮਿਲਦਾ, ਉਹ ਪੱਕਾ ਰੋਗੀ ਹੈ। ਧਿਆਨ ਰੱਖ, ਉਹ ਜੀਵਨ ਚ ਉਹਦਾ ਰੋਗ ਨਹੀਂ ਖਤਮ ਹੋਇਆ। ਸੋ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਨਾਲ ਪਹਿਲਾਂ ਤਾਂ ਕਾਲ ਖਤਮ ਹੁੰਦਾ ਜੀ। ਧਿਆਨ ਰੱਖ, ਜੇ ਤੁਸੀਂ ਕਿਸੇ ਵੀ ਭਾਸ਼ਾ ਦਾ ਸ਼ਬਦ ਕਹਿੰਦੇ ਭਾਈ ਬੋਲਦੇ ਹੋ, ਤੇ ਉਸ ਦੇ ਨਾਲ ਹੀ ਜੇ ਤੁਸੀਂ ਘੱਟ ਬੈਠੇ ਰੱਬ ਦੇ ਨਾਲ ਬੋਲਣਾ ਸਿੱਖੋ, ਤੇ ਤੁਸੀਂ ਘੱਟ ਬੈਠੇ ਰੱਬ ਦੀ ਬਾਣੀ ਨੂੰ ਰੋਜ਼ ਸੁਣੋ। ਜਿਵੇਂ ਕੋਈ ਫਾਰਸੀ ਦਾ ਬੰਦਾ ਹੋਵੇ, ਉਹਨੂੰ ਫਾਰਸੀ ਦੇ ਸ਼ਬਦ ਸੁਣਾਓ। ਜਿਹੜਾ ਸੰਸਕ੍ਰਿਤ ਬੋਲਦਾ ਪੰਡਿਤ, ਉਹਨੂੰ ਸੰਸਕ੍ਰਿਤ ਦੇ ਬਾਣੀ ਦੇ ਸ਼ਬਦ ਸੁਣਾਓ, ਹਨਾ। ਅਸੀਂ ਕੀ ਕਰਦੇ ਹਾਂ, ਜਿਹੜੇ ਪੰਜਾਬੀ ਦੇ ਸ਼ਬਦ ਬੈਠ ਕੇ ਸੁਣਨ ਵਾਲੇ ਹੁੰਦੇ, ਅਸੀਂ ਉਹਨਾਂ ਨੂੰ ਸੰਸਕ੍ਰਿਤ ਸੁਣਾਉਣੇ ਆ, ਉਹਨਾਂ ਨੂੰ ਫਾਰਸੀ ਦੇ ਸ਼ਬਦ ਸੁਣਾਉਣੇ ਆ। ਉਹ ਜਿਹੜੇ ਫਾਰਸੀ ਵਾਲੇ ਹੁੰਦੇ ਆ, ਉੱਥੇ ਅਸੀਂ ਪੰਜਾਬੀ ਬੋਲਦੇ ਹਾਂ। ਇਸ ਤਰ੍ਹਾਂ ਨਾ ਬੋਲੋ, ਇਸ ਤਰ੍ਹਾਂ ਨਾ ਕਰੋ। ਇਹ ਇੱਕ ਇੱਕ ਸ਼ਬਦ ਬਹੁਤ ਮਹੱਤਵਪੂਰਨ ਹੈ। ਮਹਾਰਾਜ ਦਾ ਕੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਮੇਂ ਕੀ ਸਿੱਖਾਂ ਦਾ ਉਧਾਰ ਨਹੀਂ ਹੁੰਦਾ ਸੀ? ਕਿ ਸਿੱਖਾਂ ਦਾ ਉਧਾਰ ਨਹੀਂ ਹੋਇਆ? ਕਿ ਉਹ ਇੱਕ ਬਾਣੀ ਦਾ ਸ਼ਬਦ ਜੋ ਨਾਨਕ ਸੱਚੇ ਪਾਤਸ਼ਾਹ ਉਹਨਾਂ ਦੀ ਭਾਸ਼ਾ ਦੇ ਵਿੱਚ ਸਮਝਾ ਕੇ, ਉਹ ਇੱਕ ਇੱਕ ਸ਼ਬਦ ਨੂੰ ਇਕੱਠਾ ਕਰਕੇ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤਾ, ਕਿ ਉਹ ਸ਼ਬਦ ਦੇ ਰਾਹ ਉਹਨਾਂ ਦਾ ਉਧਾਰ ਨਹੀਂ ਹੋਇਆ? ਉਧਰ ਤੇ ਨਹੀਂ ਸੀ। ਇਸ ਗੱਲ ਨੂੰ ਵਿਚਾਰੋ। ਸਾਨੂੰ ਬਹੁਤ ਇਨ ਡੈਪਥ ਜਾਣਾ ਪੈਣਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੀ ਸ੍ਰਿਸ਼ਟੀ ਦੇ ਗੁਰੂ ਨੇ। ਧਿਆਨ ਰੱਖਿਓ, ਜੁਗੋ ਜੁਗ ਜਦੋਂ ਤੱਕ ਇਹ ਸੰਸਾਰ ਦਾ ਸਮੇਂ ਰਹਿਣਾ ਹੈ, ਮਹਾਰਾਜ ਕਹਿੰਦੇ ਉਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗੁਰੂ ਹਨ ਇਸ ਕਾਇਨਾਤ ਦੇ। ਅਸੀਂ ਸਮਝਾ ਨਹੀਂ ਪਾਏ, ਅਸੀਂ ਬੀਇੰਗ ਏ ਸਿੱਖ, ਜਿਹੜੇ ਸਿੱਖਣ ਵਾਲੇ ਸੀ, ਅਸੀਂ ਸਿਖਾ ਨਹੀਂ ਪਾਏ, ਆਪ ਨਹੀਂ ਸਿੱਖ ਪਾਏ। ਧਿਆਨ ਰੱਖਣਾ। ਸੋ ਹਰੇਕ ਨੂੰ ਇਹ ਗੱਲ ਦਾ ਸੰਦੇਸ਼ਾ ਦਿਓ,
हरेक बंदा रब दा मैसेंजर है, जिहड़ा सिख है। ध्यान रखना, महाराज दे कोल हरेक जाति दा बंदा आके अपनी भाषा दे विच घट बैठे रब नाल जुड़न दी जांच सिखदा सी शब्द गुरु राही कि भाई आ शब्द नूं अपना जीवन च पहला गुरु बनो, फिर तुहानूं पता लगेगा कि रब हरेक शब्दां विचों, हरेक भाषा दे विचों, हरेक जाति दे विचों रब बोलदा है। सब है घट राम बोलै, रामा बोलै, राम बिना को बोलै। शब्द नाल कहंदे भाई काल खत्म होंदा। ध्यान रखो, जीवन दे विच कहंदे ਇਹ काल ਤੁਹਾਡੇ ਉੱਤੇ ਆਪਣੇ ਉੱਤੇ ਅਸਰ ਤਾਂ ਪਾਉਂਦਾ ਹੈ ਕਿਉਂਕਿ ਸ਼ਬਦਾਂ ਦਾ ਸਾਨੂੰ ਪ੍ਰਯੋਗ ਕਰਨਾ ਨਹੀਂ ਆ ਰਿਹਾ, ਘਟ ਬੈਠੇ ਰੱਬ ਦੇ ਸ਼ਬਦਾਂ। ਧਿਆਨ ਰੱਖੋ, ਸੋ ਜੀਵਨ ਨਾਲ ਸ਼ਬਦਾਂ ਨਾਲ ਹੀ ਕਾਲ ਮਰਦਾ ਹੈ। ਜਿਹੜਾ ਤੁਸੀਂ ਅਸੀਂ ਘਟ ਬੈਠੇ ਰੱਬ ਦੇ ਨਾਲ ਸ਼ਬਦਾਂ ਨੂੰ ਜੋੜ ਕੇ ਸਮਝ ਕੇ ਬੋਲਣ ਲੱਗ ਜਾਈਏ ਨਾ, ਸਾਨੂੰ ਜਾਂਚ ਆ ਜਾਏ ਗੁਰਬਾਣੀ ਰਾਹੀਂ। ਮਹਾਰਾਜ ਕਹਿੰਦੇ ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ, ਉਦੋਂ ਤੱਕ ਕਾਲ ਸਾਨੂੰ ਦੁਖੀ ਕਰਦਾ। ਧਿਆਨ ਰੱਖੋ, ਮਹਾਰਾਜ ਕਹਿੰਦੇ ਭਾਈ ਖਿਨ ਮੈਂ ਉਪਜੈ, ਖਿਨ ਖਪੈ, ਖਿਨ ਆਵੇ, ਖਿਨ ਜਾਏ, ਸ਼ਬਦ ਪਛਾਣੈ ਰਵ ਰਹਿ, ਨਾ ਤਿਸ ਕਾਲ ਸੰਤਾਏ। ਜਿਹੜਾ ਸ਼ਬਦ ਨੂੰ ਪਛਾਣੇ ਨਾ, ਜਿਸੇ ਹਾਲੇ ਸ਼ਬਦ ਨੂੰ ਪਛਾਣ ਨਹੀਂ ਰਹੇ। ਗੁਰਬਾਣੀ ਦੇ ਵਿੱਚ ਕਈ ਭਾਸ਼ਾ ਦੇ ਸ਼ਬਦ ਨੇ ਘਟ ਬੈਠੇ ਰੱਬ ਦੇ ਉਚਾਰਨ ਕੀਤੇ ਹੋਏ, ਤਾਂ ਕਿ ਹਰ ਬੰਦਾ ਜਿਸ ਭਾਸ਼ਾ ਦਾ ਬੋਲਣ ਵਾਲਾ, ਤੁਸੀਂ ਉਹਨੂੰ ਉਸ ਭਾਸ਼ਾ ਦੇ ਸ਼ਬਦ ਦੀ ਬਾਣੀ ਗੁਰਬਾਣੀ ਦੀ ਸਰਵਣ ਕਰਾਓ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਰੱਬ ਉਹਨਾਂ ਦੇ ਵਿੱਚ ਜਿਹੜਾ ਬੈਠਾ, ਉਹਨਾਂ ਦੀ ਭਾਸ਼ਾ ਦੇ ਸ਼ਬਦਾਂ ਦੁਆਰਾ ਆਏ ਘਟ ਬੈਠੇ ਰੱਬ ਨੂੰ ਯਾਦ ਕਰਨ ਦੀ ਜਾਂਚ ਦੱਸ ਰਿਹਾ ਹੈ। ਘਟ ਬੈਠੇ ਰੱਬ ਨਾਲ ਗੱਲ ਕਰਨੀ ਹੈ ਸਭ ਨੇ। ਮਹਾਰਾਜ ਕਹਿੰਦੇ ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਹਰੇਕ ਬੰਦੇ ਨੂੰ ਰੱਬ ਨਾਲ ਬੋਲਣਾ ਸਿਖਾਓ, ਹਰੇਕ ਬੰਦਾ ਰੱਬ ਨਾਲ ਬੋਲੇ, ਹਰੇਕ ਬੰਦਾ ਘਟ ਬੈਠੇ ਰੱਬ ਦੇ ਗੁਣ ਗਾਏ। ਧਿਆਨ ਰੱਖਣਾ, ਮਹਾਰਾਜ ਕਹਿੰਦੇ ਐਸੇ ਸ਼ਬਦ ਗੁਰੂ ਦਾ ਸਦ जुगां जुगां तो उच्चारण हो रहे। ध्यान रख, शब्द गुरु का सद उच्चरै, जुग जुग वर्तावनहारा। सो महाराज कहते भाई जिन शब्द गुरु सुन मन्निया, तिन मन ध्याया हर सोए, अंदिन भगती रतिया, मन तन निर्मल होए। फिर ओदा मन ते तन किसी जाति का होए बंदा, ओनू उस भाषा के शब्द का, गुरबाणी का शब्द सुना दिओ ओनू। उस जिस वे जे महाराज किते उधर अरब देश विच गए कि उत्थे महाराज पंजाबी बोले, उत्थे महाराज फारसी बोले, फारसी के शब्द ने तुखारी राग च। ध्यान रखना, सो जे महाराज किसी पंडितां कोल संस्कृत बोलते सी, विद्वान जिहड़े अपने आप नूं कहाउंदे सी, उत्थे जाके कि महाराज उत्थे फारसी बोले, उत्थे जाके महाराज ने संस्कृत के शब्द सुनाए। ध्यान रखना, पर पुस्तक संध्या बादम सिर पूज सबल समाधम। ध्यान रखना, संस्कृत की अपनी चाल है। वो शब्दां दे सारे शब्दां नूं महाराज ने गुरमुखी अखां दे विच कहंदे भाई रब दी बाणी दर्ज कीती। कहंदे आ शब्दां नूं घड़ो अपने अंदर। ध्यान रखना, सो महाराज कहंदे भाई रब जिहड़े साडे अंदर वसदे ने, कहंदे जिहने काल बनाया, सारी सृष्टि बनाई है ना, नहीं तां कहंदे भाई जिहड़े काल दे विच फस जांदे ने फिर काल ही खा जांदा। कहंदे जिहड़ा रब नाल काल विच आउण तो बाद जिहड़ा जुड़दा है, काल तो बचदे ने, वो अकाल मूरत हुंदे ने। ध्यान रखना, अकाल मूरत वर पाया अबनासी, ना कदे मरे ना जाए। सो एक काल जीवन च रब दे विच समाउण वाला है। जिन्ना तुसीं रब दे विच समाओगे काल खत्म हो जाएगा। ध्यान रखना, जीवन की इस अवस्था ना कहंदे भाई शब्द ही एक ऐसी एक मात्रा, एक रास्ता है जिहड़े रब दे घरों जिहड़ी बाणी आउंदी है, ਉਹਦੇ ਨਾਲ अपने शब्दां नूं पढ़ो, ਤਾਂ कि शब्दां दे राहीं घट बैठे रब नूं जदों जिक्र करो ते आपां शब्दां राहीं फिर जिस रब दे विचों आपां संसार विच आए हैं, रब नूं मिलण आए हैं, असीं उस रब नाल संसार दी किरिया करदिआं होइआं घट बैठे रब नाल मिल सकदे हां। ध्यान रखो, सो अज इस गल नूं हिरदे च वसायो। महाराज कहंदे हिरदे नाम वसायो, घट बैठे रब दा नाम वसाउणा करो हिरदे विच। कहंदे घर बैठे गुरु ते आयो। कहंदे इस शब्द गुरु राहीं कहंदे घट बैठे रब नूं गाओ, तां कि अपना नाम लैण दा जिक्र साडे मन दे विच अपना ना होवे, अपने आप नूं जनाउण दा ना होवे। हरेक बंदा घट बैठे रब नूं जनावे, है ना। नहीं तां जिहड़े भगती घट बैठे रब दी करन वास्ते आपां आए होईए ते अपने आप नूं जनाउंदे होईए। महाराज कहंदे भगत करे मूर्ख आप जनावे, नच नच टपे बहुत दुख पावे। सो घट बैठे रब नूं ध्याओ,
ਘੱਟ ਬੈਠੇ ਰੱਬ ਨੂੰ ਗਾਉਣ ਦਾ ਜੀਵਨ ਦੇ ਵਿੱਚ ਜਾਚ ਸਿੱਖੋ, ਤਾਂ ਕਿ ਅਸੀਂ ਹਰ ਕੰਮ ਕਰਦੇ ਹੋਇਆ ਘੱਟ ਬੈਠੇ ਰੱਬ ਦਾ ਜ਼ਿਕਰ ਕਰ ਸਕੀਏ ਸ਼ਬਦਾਂ ਦੁਆਰਾ। ਧਿਆਨ ਰੱਖਣਾ, ਤਾਂ ਸਮਝੋ ਅਸੀਂ ਸੱਚੇ ਗੁਰੂ ਦੇ ਲੜ ਲੱਗੇ, ਤਾਂ ਸਮਝੋ ਸਾਡਾ ਜਿਹੜਾ ਗੁਰੂ ਹੈ ਉਹ ਕੋਈ ਵਿਅਕਤੀ ਨਹੀਂ ਹੈ, ਸਾਡਾ ਗੁਰੂ ਹੈ ਘੱਟ ਬੈਠੇ ਰੱਬ ਦੀ ਬਾਣੀ। ਧਿਆਨ, ਸਾਨੂੰ ਰਸਤਾ ਦਿੰਦੇ ਰਹੇਗੀ। ਅਸੀਂ ਕਹਿੰਦੇ ਸਾਨੂੰ ਇਨਰ ਵੌਇਸ ਗਾਈਡ ਕਰਦੀ ਹੈ ਜੀ, ਹਨਾ, ਉਹ ਸਾਡੇ ਹੀ ਸ਼ਬਦਾਂ ਦੇ ਦੁਆਰਾ ਘੱਟ ਬੈਠਾ ਰੱਬ ਬੋਲਦਾ ਹੁੰਦਾ ਹੈ। ਸ਼ਬਦ ਮੀਨਸ ਜਿਸ ਲੈਂਗੁਏਜ ਨੂੰ ਅਸੀਂ ਬੋਲਦੇ ਤੇ ਸੁਣਦੇ ਤੇ ਸਮਝਦੇ ਹਾਂ, ਉਸ ਭਾਸ਼ਾ ਦੇ ਸ਼ਬਦਾਂ ਦੁਆਰਾ ਘੱਟ ਬੈਠਾ ਰੱਬ ਬੋਲਦਾ ਹੈ। ਨਹੀਂ ਤਾਂ ਜੇ ਅਸੀਂ ਘੱਟ ਬੈਠੇ ਰੱਬ ਦੀ ਬਾਣੀ ਦਾ ਆਹ ਜਾਂਚ ਨਾ ਸਿੱਖੀ, ਅਸੀਂ ਜਦੋਂ ਸ਼ਬਦਾਂ ਰਾਹੀਂ ਫਿਰ ਬੋਲਦੇ ਹਾਂ, ਫਿਰ ਅਸੀਂ ਸੰਸਾਰ ਦੀਆਂ ਗੱਲਾਂ ਬੋਲਦੇ ਹਾਂ, ਅਸੀਂ ਦੁਬਦਾ ਦੀ ਗੱਲਾਂ ਬੋਲਦੇ ਹਾਂ, ਘੱਟ ਬੈਠੇ ਰੱਬ ਨੂੰ ਵਿਸਾਰ ਕੇ ਬੋਲਦੇ ਹਾਂ, ਹੰਕਾਰ ਵਿੱਚ ਬੋਲਦੇ ਹਾਂ, ਆਪਣੇ ਆਪ ਨੂੰ ਜਨਾ ਕੇ ਬੋਲਦੇ ਹਾਂ। ਆਹ ਸਾਰੇ ਅਵਗੁਣ ਫਿਰ ਸਾਡੇ ਵਿੱਚ ਮਨ ਮੁਖਤਾਈ ਦੇ ਕਹਿੰਦੇ ਉਸ ਬੋਲਣ ਵਾਲੇ ਸ਼ਬਦਾਂ ਦੇ ਵਿੱਚ ਸਾਡੇ ਵਿੱਚੋਂ ਬਾਹਰ ਆਉਂਦੇ ਨੇ। ਧਿਆਨ ਰੱਖਣਾ। ਸੋ ਸਾਡਾ ਪੂਰਾ ਜੀਵਨ ਕੰਪਲੀਟ ਜੀਵਨ ਚੇਂਜ ਹੋਣਾ ਹੈ। ਸਾਡਾ ਜੀਵਨ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗੁਰ ਪੂਰੈ ਸੱਚ ਕਹਿਆ, ਸੋ ਸੁਖ ਸਾਚਾ ਲਹਿਆ। ਕਹਿੰਦੇ ਭਾਈ ਜੋ ਗੁਰੂ ਸਾਨੂੰ ਗੁਰ ਦਿੰਦੇ ਨੇ, ਹਨਾ, ਜੋ ਸਾਨੂੰ ਜੁਗਤ ਦੱਸ ਰਹੇ, ਟੈਕਨੀਕ ਦੱਸ ਰਹੇ ਨੇ, ਮੈਥਡ ਦੱਸ ਰਹੇ ਨੇ, ਵਿਧੀ ਦੱਸ ਰਹੇ ਨੇ, ਕਹਿੰਦੇ ਭਾਈ ਉਸ ਨੂੰ ਅਪਣਾਓ ਜੀਵਨ ਵਿੱਚ, ਇਸ ਸੱਚ ਨੂੰ ਅਪਣਾਓ। ਘੱਟ ਬੈਠੇ ਰੱਬ ਨਾਲ ਸੱਚ ਨਾਲ ਜੁੜਾਂਗੇ। ਇਸ ਸੱਚ ਨੂੰ ਕੋਈ ਵੀ ਸੁਣੇਗਾ ਨਾ ਤੁਹਾਡੇ ਭਾਸ਼ਾ ਦੇ ਸ਼ਬਦਾਂ ਦੁਆਰਾ, ਜਿਸ ਵੇਲੇ ਤੁਸੀਂ ਆਮ ਬੋਲਦੇ ਹੋਵੋਗੇ, ਲੋਕਾਂ ਨੂੰ ਤੁਸੀਂ ਅਸੀਂ ਪਸੰਦ ਆਵਾਂਗੇ, ਚੰਗੇ ਲੱਗਾਂਗੇ। ਕਹਿੰਦੇ ਐਸਾ ਸੁੱਖ ਸਾਚਾ ਲਿਆ। ਕਿਵੇਂ ਲੈਂਦੇ? ਇਸ ਕੰਨੇ ਵਾਲੇ ਸ਼ਬਦਾਂ ਦਾ ਧਿਆਨ ਰੱਖਣਾ। ਕਹਿੰਦੇ ਜਦੋਂ ਵੀ ਤੁਸੀਂ ਸੱਚ ਵੱਲ ਤੁਰਦੇ ਹੋ, ਘੱਟ ਬੈਠੇ ਰੱਬ ਦਾ ਜ਼ਿਕਰ ਕਰਨ ਵਾਸਤੇ ਜਦੋਂ ਅਸੀਂ ਤੁਰਦੇ ਹਾਂ ਸ਼ਬਦਾਂ ਦੁਆਰਾ, ਤੇ ਜਦੋਂ ਅਸੀਂ ਸ਼ਬਦਾਂ ਨੂੰ ਸੰਸਾਰ ਵਿੱਚ ਬੋਲਦੇ ਹਾਂ ਤੇ ਘੱਟ ਬੈਠੇ ਰੱਬ ਦਾ ਜ਼ਿਕਰ ਭੁੱਲਦੇ ਨਹੀਂ, ਹਨਾ, ਤੇ ਉਸ ਵੇਲੇ ਐਸੀ ਅਵਸਥਾ ਤਾਂ ਬਣਦੀ ਹੈ ਜੇ ਘੱਟ ਬੈਠਾ ਰੱਬ ਆਪ ਕਿਰਪਾ ਕਰੇ, ਰੱਬ ਆਪ ਉਸ ਵਿੱਚੋਂ ਬੋਲਦਾ ਹੋਵੇ, ਰੱਬ ਆਪ ਉਸ ਵਿੱਚੋਂ ਕਰਦਾ ਹੋਵੇ। ਧਿਆਨ ਰੱਖਣਾ, ਇੱਕ ਬੋਲਣਾ ਤੇ ਇੱਕ ਕਰਨਾ। ਧਿਆਨ ਰੱਖਣਾ, ਇਹ ਜੀਵਨ ਦੀ ਕਿਰਿਆ ਵਾਸਤੇ, ਇਹ ਜੀਵਨ ਦੇ ਇਹ ਗਿਆਨ ਨੂੰ ਅਸੀਂ ਪ੍ਰਾਪਤ ਕਰ ਰਹੇ ਕਿ ਇੱਕ ਤਾਂ ਬੋਲਣ ਵਾਸਤੇ ਦੇਖੋ ਦੋਨੋਂ ਸਿਰੇ ਨੇ, ਇੱਕ ਹੁੰਦਾ ਕਰਨਾ, ਇੱਕ ਹੁੰਦਾ ਸਿੱਖਣਾ, ਹਨਾ। ਇੱਕ ਬੰਦਾ ਸਿੱਖਣ ਵਾਸਤੇ ਬੋਲਦਾ ਹੈ, ਜਾਂ ਫਿਰ ਉਹ ਜੇ ਸਿੱਖਿਆ ਹੁੰਦਾ ਤੇ ਫਿਰ ਕਰਦਾ ਹੁੰਦਾ, ਕਰਨ ਵਾਸਤੇ ਬੋਲਦਾ, ਹਨਾ। ਅਸੀਂ ਸਿੱਖਣ ਵਾਸਤੇ ਅਸੀਂ ਹੰਕਾਰ ਚ ਬੋਲਦੇ ਹਾਂ, ਤੇ ਕਰਨ ਤੋਂ ਬਾਅਦ ਫਿਰ ਅਸੀਂ ਹੰਕਾਰ ਚ ਲੋਕਾਂ ਨਾਲ ਬੋਲਦੇ ਕਰਕੇ ਅਸੀਂ ਕਹਿੰਦੇ ਮੈਂ ਕੀਤਾ, ਫਸ ਜਾਂਦੇ, ਔਖੇ ਹੁੰਦੇ ਆ। ਜਿਹੜਾ ਬੰਦਾ ਧਰਤੀ ਦੇ ਉੱਤੇ ਸਿੱਖਣ ਲੱਗਿਆ ਨਮਰਤਾ ਵਿੱਚ ਨਹੀਂ ਆ ਕੇ ਸਿੱਖੇਗਾ ਕਿ ਮੇਰੇ ਮਾਲਕ ਮੈਂ ਪਾਠ ਤਾਂ ਕਰ ਰਿਹਾ ਕਿ ਤੂੰ ਕਰਾ ਰਿਹਾ, ਉਦੋਂ ਤੱਕ ਪਾਠ ਨਹੀਂ ਅੱਛਾ ਹੋਏਗਾ, ਨਹੀਂ ਹੋਏਗਾ। ਜਦੋਂ ਅਸੀਂ ਭਜਨ ਕਰਦੇ ਹਾਂ ਤੇ ਭਜਨ ਕਰਕੇ ਜੇ ਅਸੀਂ ਨਾ ਮਨ ਚ ਅਰਦਾਸ ਵਿੱਚ ਸਾਡੇ ਖਿਆਲ ਹੋਵੇ ਕਿ ਮਾਲਕ ਇਹ ਭਜਨ ਮੈਂ ਤਾਂ ਕੀਤਾ ਕਿਉਂਕਿ ਤੈਂ ਆਪ ਕਰਾਇਆ। ਨਮਰਤਾ, ਜਦੋਂ ਤੱਕ ਨਮਰਤਾ ਮਿਟਾਂਗੇ ਨਹੀਂ, ਸਿੱਖ ਨਹੀਂ ਪਾਵਾਂਗੇ। ਅਸੀਂ ਜਿਹੜੀ ਵੀ ਗੱਲ ਦੁਨੀਆ ਤੇ ਸਿੱਖੀਏ ਮਿਟ ਕੇ ਸਿੱਖੀਏ, ਪਰ ਜਿਸ ਵੇਲੇ ਬੋਲਦੇ ਹਾਂ ਅਸੀਂ ਜਨਾ ਦਿੰਦੇ ਆਪਣੇ ਆਪ ਨੂੰ, ਕਿਉਂਕਿ ਸਿੱਖਿਆ ਨਹੀਂ ਕਿ ਅਸੀਂ ਮਿਟ ਕੇ ਸਿੱਖਿਆ। ਮਿਟਿਆ ਹੀ ਬੰਦਾ ਸਿੱਖਦਾ ਹੈ। ਤੇ ਜਦੋਂ ਅਸੀਂ ਕਿਸੇ ਨੂੰ ਬੋਲਣਾ, ਫਿਰ ਕਹਿੰਦੇ ਭਾਈ ਆਪਣਾ ਆਪਾ ਮਿਟਾ ਕੇ ਬੋਲਣਾ, ਰੱਬ ਦਾ ਬੋਲ ਬੋਲਣਾ, ਜਿਵੇਂ ਰੱਬ ਨੇ ਬੁਲਾਇਆ ਉਸ ਤਰ੍ਹਾਂ ਹੀ ਬੋਲਣਾ, ਆਪਣੇ ਆਪ ਨੂੰ ਜਨਾਉਣਾ ਨਹੀਂ। ਐਸਾ ਬੋਲਿਆ ਪ੍ਰਵਾਨ ਹੁੰਦਾ ਹੈ, ਹਨਾ। ਸਾਡੇ ਬੋਲਣ ਦੇ ਵਿੱਚ ਮਜ਼ਾਕ ਹੁੰਦਾ ਹੈ, ਸਾਡੇ ਬੋਲਣ ਦੇ ਵਿੱਚ ਆਪਣੇ ਆਪ ਨੂੰ ਜਨਾਉਣਾ ਹੁੰਦਾ ਹੈ, ਸਾਡੇ ਬੋਲਣ ਵਿੱਚ ਅਸੀਂ ਆਪਣੇ ਆਪ ਨੂੰ ਦਿਖਾ ਕੇ ਬੋਲਦੇ ਹਾਂ। ਇਹ ਬਹੁਤ ਵੱਡਾ ਰੋਗ ਹੈ, ਬਹੁਤ ਵੱਡਾ ਰੋਗ। ਇਹ ਸਾਰਾ ਰੋਗ ਖਤਮ ਹੁੰਦਾ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਕੰਨਾ ਲਾ ਕੇ ਹਮੇਸ਼ਾ ਬੋਲਣਾ ਕਿ ਮਾਲਕ ਮੈਂ ਤਾਂ ਬੋਲਿਆ ਕਿਉਂਕਿ ਤੈਂ ਬੁਲਾਇਆ। ਇਹ ਕੰਨੇ ਨੂੰ ਸਮਝਣਾ ਜਿਵੇਂ ਜਪ ਜਾਪ ਬਣ ਜਾਏ, ਕੰਨਾ ਲੱਗੇ ਰੱਤੇ ਰਾਤੇ ਬਣ ਜਾਏ, ਕੰਨਾ ਲੱਗਿਆ ਵਿੱਚ ਸੱਚਾ ਸਾਚਾ ਬਣ ਜਾਏ, ਹਨਾ। ਇਸ ਤਰ੍ਹਾਂ ਸਾਰੇ ਕੰਨੇ ਵਾਲੇ ਸ਼ਬਦ ਤੁਸੀਂ ਧਿਆਨ ਨਾਲ ਪੜਿਓ ਕਿ ਮੈਂ ਤਾਂ ਜਪ ਰਿਹਾ ਘੱਟ ਬੈਠੇ ਰੱਬ ਨੂੰ ਕਿਉਂਕਿ ਮੇਰੇ ਮਾਲਕ ਤੂੰ ਆਪ ਜਪਾ ਰਿਹਾ ਹੈ। ਉੱਥੇ ਕੰਨਾ ਲਾ ਕੇ ਬੋਲਿਆ, ਧਿਆਨ ਰੱਖਣਾ। ਉਹ ਤੇ ਫਿਰ ਜਪ ਜਾਪ ਬਣ ਜਾਂਦਾ ਹੈ। ਕਰਨਾ ਆਪਾਂ ਨੂੰ ਪਏਗਾ, ਪਰ ਆਪਾਂ ਇਸ ਰਾਸਤੇ ਤੱਕ ਪਹੁੰਚਣਾ ਹੈ ਕਿਉਂਕਿ ਮੇਰੇ ਮਾਲਕ ਮੈਂ ਤਾਂ ਕਰ ਰਿਹਾ ਕਿਉਂਕਿ ਤੂੰ ਕਰਾ ਰਿਹਾ, ਹੈ ਨਾ। ਫਿਰ ਉੱਥੇ ਇੱਕ ਅਵਸਥਾ ਹੋਰ ਜਾਣੀ ਅੱਗੇ, ਜਿੱਥੇ ਸਮਝ ਆਉਣੀ ਹੈ
ਕਰਦਾ ਵੀ ਤੂੰ ਸੀ, ਕਰਾਉਂਦਾ ਵੀ ਤੂੰ ਸੀ, ਹਨਾ। ਫਿਰ ਇੱਕ ਹੋਰ ਅਵਸਥਾ ਆਉਣੀ ਹੈ, ਉੱਥੇ ਆਪਾਂ ਨੂੰ ਪਤਾ ਲੱਗਣਾ ਹੈ ਇਹ ਸਭ ਕੁਝ ਕੀਤਾ ਹੀ ਤੇਰਾ ਹੋਇਆ ਹੈ, ਹਨਾ। ਐਸੀ ਅਵਸਥਾ ਜਿਸ ਵੇਲੇ ਆਏਗੀ, ਆਪਾਂ ਫਿਰ ਚੌਥੀ ਅਵਸਥਾ ਤੇ ਪਹੁੰਚਾਂਗੇ। ਧਿਆਨ ਰੱਖਣਾ। ਸੋ ਇਸ ਗੱਲ ਨੂੰ ਸਮਝੋ, ਇੱਕ ਰਸਤਾ ਹੈ। ਸੋ ਇਸ ਗੱਲ ਦੇ ਉੱਤੇ ਜਦੋਂ ਤੱਕ ਸਿੱਖਣ ਵਾਲਾ ਨਹੀਂ ਟਿਕੇਗਾ, ਆਪਣੇ ਮਾਲਕ ਨੂੰ ਨਹੀਂ ਪ੍ਰਾਪਤ ਕਰ ਪਾਵਾਂਗੇ, ਬਾਣੀ ਰਾਹੀਂ ਨਹੀਂ ਪ੍ਰਾਪਤ ਕਰ ਪਾਵਾਂਗੇ। ਸੋ ਮਹਾਰਾਜ ਕਹਿੰਦੇ ਆਪਣਾ ਹੋਇਓ ਗੁਰ ਮਿਹਰਬਾਨਾ, ਆਨੰਦ ਸੁਖ ਕਲਿਆਣ ਮੰਗਲ ਸਿਉ, ਘਰ ਆਏ ਕਰ ਇਸ਼ਨਾਨਾ। ਕਹਿੰਦੇ ਜਿਸ ਵੇਲੇ ਸਾਡਾ ਮਨ ਗੁਰੂ ਤੋਂ ਗੁਰ ਲੈਂਦਾ ਹੈ, ਉਹਦੇ ਵੱਲ ਧਿਆਨ ਦਿੰਦਾ ਹੈ, ਫਿਰ ਸਮਝੋ ਸਾਡੇ ਤੇ ਮਾਲਕ ਮਿਹਰਬਾਨ ਹੋ ਗਿਆ। ਸਾਡਾ ਮਨ ਹੁਣ ਇਹ ਰਜੋ ਦੀ ਅਵਸਥਾ ਹੈ, ਦੇਖੋ ਗੁਰ ਤੇ ਥੱਲੇ ਆਉਂ ਖੜੇ ਨਾ, ਇਹ ਘੱਟ ਬੈਠੇ ਰੱਬ ਨਾਲ ਹੁਣ ਜੁੜਨਾ ਹੈ, ਹਨਾ। ਉਸ ਗੁਰ ਨੂੰ ਜਿਹੜਾ ਆਪਾਂ ਨੇ ਸੁਣਿਆ, ਉਹਨੂੰ ਉਹਦੇ ਵੱਲ ਧਿਆਨ ਦੇਣਾ, ਧਿਆਨ ਤਾਂ ਸਮਝੋ ਸਾਡੇ ਤੇ ਮਾਲਕ ਮਿਹਰਬਾਨ ਹੋ ਗਿਆ। ਮਹਾਰਾਜ ਕਹਿੰਦੇ ਫਿਰ ਅਨੰਦ ਸੁਖ ਕਲਿਆਣ ਮੰਗਲ ਸਿਉ, ਘਰ ਆਏ ਕਰ ਇਸ਼ਨਾਨ। ਫਿਰ ਸਾਡੀ ਜਿਹੜੀ ਮੈਲ ਹੈ ਨਾ, ਕਹਿੰਦੇ ਤਨ ਦੇ ਇਸ਼ਨਾਨ ਨਾਲ ਮਨ ਦੀ ਮੈਲ ਨਹੀਂ ਉਤਰਨੀ। ਕਹਿੰਦੇ ਆ ਇਸ਼ਨਾਨ ਜਦੋਂ ਅੰਦਰ ਕਰਾਂਗੇ, ਧਿਆਨ ਰੱਖਣਾ, ਜਿਹਨੂੰ ਮਹਾਰਾਜ ਕਹਿੰਦੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਮ੍ਰਿਤ ਗਿਆਨ। ਧਿਆਨ ਰੱਖਣਾ, ਐਸ ਘੱਟ ਬੈਠੇ ਰੱਬ ਦਾ ਤੀਰਥ ਤੇ ਇਸ਼ਨਾਨ ਕਰਨਾ। ਮਹਾਰਾਜ ਕਹਿੰਦੇ ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾ, ਹਨਾ। ਸੋ ਆ ਇਸ਼ਨਾਨ ਜਿਹਦੇ ਨਾਲ ਜੀਵਨ ਵਿੱਚ ਮਹਾਰਾਜ ਕਹਿੰਦੇ ਸੰਸਾਰ ਦਾ ਕਹਿੰਦੇ ਕਲਿਆਣ ਹੁੰਦਾ ਹੈ, ਸੁਖ ਪ੍ਰਾਪਤ ਹੁੰਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ, ਸੁਖ ਪ੍ਰਾਪਤ ਹੁੰਦਾ ਹੈ, ਕਲਿਆਣ ਹੁੰਦਾ ਹੈ ਜੀਵਨ ਦਾ, ਹਨਾ। ਮਹਾਰਾਜ ਕਹਿੰਦੇ ਫਿਰ ਮੰਗਲ, ਕਹਿੰਦੇ ਖੁਸ਼ੀ ਖੇੜੇ ਵਿੱਚ ਰਹਿੰਦਾ ਹੈ। ਕਹਿੰਦੇ ਜਿਸ ਵੇਲੇ ਮਨ ਘਰ ਵਿੱਚ ਆਉਂਦਾ ਹੈ ਸ਼ਬਦ ਰਾਹੀਂ, ਗੁਰ ਸ਼ਬਦ ਨਾਲ ਸੁਰਤ ਨਾਲ ਹੀ ਅੰਦਰ ਆਉਂਦਾ ਹੈ। ਸੋ ਮਹਾਰਾਜ ਕਹਿੰਦੇ ਸਾਚੀ ਗੁਰ ਵਡਿਆਈ, ਤਾਂ ਕਿ ਕੀਮਤ ਕਹਿ ਨਾ ਜਾਏ। ਹੁਣ ਦੇਖੋ ਗੁਰਮੁਕਤੇ ਵਾਲਾ ਸ਼ਬਦ ਜੋ ਸਾਨੂੰ ਮੁਕਤ ਕਰੇਗਾ, ਆ ਅੰਡਰਸਟੈਂਡਿੰਗ ਇਹ ਸਾਚੀ ਹੈ। ਸਾਚੀ ਦਾ ਕੰਨਾਂ ਲਾ ਕੇ ਬੋਲ ਰਹੇ ਨੇ, ਸੱਚੀ ਨਹੀਂ ਬੋਲ ਰਹੇ। ਜਿਸ ਕੰਨਾਂ ਨਾਲ ਹੁੰਦਾ ਤੇ ਸੱਚੀ ਬੋਲਦੇ, ਕੰਨਾਂ ਲਾ ਕੇ ਬੋਲ ਰਹੇ ਕਿ ਆ ਜਿਹੜਾ ਸੱਚਾ ਗੱਲ ਬੋਲ ਰਿਹਾ, ਘੱਟ ਬੈਠੇ ਰੱਬ ਦੀ ਆਪ ਦੀ ਬੁਲਾਈ ਹੋਈ ਗੱਲ ਹੈ। ਉੱਥੇ ਕੰਨਾਂ ਲਾ ਕੇ ਬੋਲਦੇ ਸਾਚੀ, ਧਿਆਨ ਕੰਨਾਂ ਲਾ ਕੇ ਬੋਲ। ਕੰਨਿਆਂ ਦੇ ਸ਼ਬਦਾਂ ਦਾ ਅਰਥ ਹੀ ਛੱਡਤੇ ਅਸੀਂ ਕਰਨੇ, ਬਿਲਕੁਲ ਅਸੀਂ ਕਿਸੇ ਗ੍ਰੰਥ ਵਿੱਚ ਨਹੀਂ ਦੇਖ ਰਹੇ, ਧਿਆਨ ਰੱਖਣਾ। ਸੋ ਖਿਆਲ ਕਰਿਓ, ਸਾਚੀ ਗੁਰ ਵਡਿਆਈ, ਤਾਂ ਕਿ ਕੀਮਤ ਕਹਿ ਨਾ ਜਾਏ। ਮਹਾਰਾਜ ਕਹਿੰਦੇ ਸਿਰ ਸਾਹਾਂ ਪਾਤਸ਼ਾਹ, ਗੁਰ ਭੇਟਤ ਮਾਨੋ ਮਾ। ਕਹਿੰਦੇ ਸਾਰੇ ਪਾਤਸ਼ਾਹ ਤੋਂ ਬੜਾ ਪਾਤਸ਼ਾਹ, ਸਿਰਾਂ ਦਾ ਬੜਾ। ਧਿਆਨ ਰੱਖਣਾ, ਕਹਿੰਦੇ ਜਿਹੜਾ ਇਸ ਗੁਰੂ ਦੇ ਗੁਰ ਨਾਲ ਮਿਲਦਾ, ਜਿਸ ਵੇਲੇ ਸਾਡੇ ਅੰਦਰ ਆਹ ਗੁਰ ਮਿਲਦਾ ਨਾ, ਸਮਝੋ ਗੁਰ ਸਾਡੇ ਨਾਲ ਭੇਟ ਹੋਇਆ, ਅਸੀਂ ਗੁਰ ਨੂੰ ਭੇਟ ਹੋਏ, ਮਿਲੇ, ਸਾਡਾ ਮਨ ਨੂੰ ਸਿਹਾਰੀ ਲੱਗੀ ਹੈ ਨਾ, ਆਪਣੇ ਮਨ ਦੇ ਅੰਦਰ ਕਹਿੰਦੇ ਉਮਾਹਾ ਖੇੜਾ ਆ ਜਾਂਦਾ ਹੈ। ਧਿਆਨ ਰੱਖਣਾ। ਸੋ ਸੱਚੇ ਪਾਤਸ਼ਾਹ ਕਹਿੰਦੇ ਸਗਲ ਪਰਾਸ਼ਤ ਲਾਥੇ, ਮੇਰੇ ਸਾਧ ਸੰਗਤ ਕੈ ਸਾਥੇ। ਕਹਿੰਦੇ ਸਾਰੇ ਪਰਾਸ਼ਤ ਜਿਹੜੇ ਪਾਪ ਦੁੱਖ ਤਕਲੀਫਾਂ ਜਿਹੜੇ ਹੁੰਦੀਆਂ ਨੇ, ਕਹਿੰਦੇ ਲੈ ਜਾਂਦੀਆਂ ਨੇ ਜਦੋਂ ਘੱਟ ਬੈਠੇ ਰੱਬ ਨਾਲ ਆਪਾਂ ਆਏ ਬਾਣੀ ਦੇ ਦੁਆਰਾ। ਕਹਿੰਦੇ ਭਾਈ ਸ਼ਬਦਾਂ ਦੁਆਰਾ ਅਸੀਂ ਜੁੜੀਏ, ਤੇ ਆਮ ਸ਼ਬਦ ਜਿਸ ਵੇਲੇ ਬੋਲਣ ਲੱਗੀ ਤੇ ਉਸ ਸ਼ਬਦ ਦਾ ਕਹਿੰਦੇ ਘੱਟ ਬੈਠੇ ਰੱਬ ਦੀ ਬਾਣੀ ਉਹਦੇ ਵਿੱਚੋਂ ਪ੍ਰਯੋਗ ਹੋਵੇ। ਅਸੀਂ ਆਮ ਗੱਲ ਬੋਲੀਏ, ਰੱਬ ਨੂੰ ਭੁਲਾ ਕੇ ਨਾ ਬੋਲੀਏ। ਧਿਆਨ ਰੱਖੋ, ਕਹਿੰਦੇ ਐਸਾ ਸਾਧਨਾ ਕਰੋ। ਸਾਧ ਦਾ ਅਰਥ ਕੋਈ ਨਗੋਟਾ ਪਾਉਣ ਵਾਲਾ ਬੰਦਾ ਨਹੀਂ ਹੈ। ਸਾਧ ਦਾ ਅਰਥ ਹੈ ਪ੍ਰੈਕਟਿਸ। ਹਰ ਇੱਕ ਬੰਦੇ ਨੇ ਪ੍ਰੈਕਟਿਸ ਕਰਨੀ ਹੈ। ਕਹਿੰਦੇ ਆ ਸੰਗ ਕਰਨਾ ਤਾਂ ਜੀਵਨ ਦੀ ਗਤ ਮਿਲਣੀ। ਸੰਗਤ, ਸੰਗਤ ਸੰਧੀ ਸ਼ਬਦ ਹੈ, ਧਿਆਨ ਰੱਖ। ਸੋ ਮਹਾਰਾਜ ਕਹਿੰਦੇ ਐਸੇ ਜੀਵਨ ਦੇ ਦੁੱਖ ਤਾਂ ਦੂਰ ਹੋਣੇ ਨੇ। ਸਗਲ ਪਰਾਸ਼ਤ ਨਾਥੇ, ਮਿਲ ਸਾਧ ਸੰਗਤ ਕੈ ਸਾਥੇ। ਕਹਿੰਦੇ ਭਾਈ ਪ੍ਰੈਕਟਿਸ ਕਰਨੀ, ਇਹਦਾ ਸੰਗ ਕਰਨਾ ਤਾਂ ਜੀਵਨ ਦੀ ਗਤ ਮਿਲੇਗੀ। ਐਸੀ ਸਾਥ ਨੂੰ ਛੱਡਣਾ ਨਹੀਂ, ਐਸੀ ਸੰਗਤ ਛੱਡਣੀ ਨਹੀਂ, ਧਿਆਨ ਰੱਖਣਾ। ਕਹਿੰਦੇ ਗੁਣ ਨਿਧਾਨ ਹਰ ਨਾਮਾ। ਕਹਿੰਦੇ ਮਾਲਕ ਦੇ ਗੁਣ ਜੋ ਖਜ਼ਾਨਾ ਨੇ, ਕਹਿੰਦੇ ਹਰੇਕ ਵਿੱਚ ਉਹਦਾ ਜ਼ਿਕਰ ਕਰਨਾ, ਉਹਦਾ ਨਾਮ ਲੈਣਾ, ਘੱਟ ਬੈਠੇ ਰੱਬ ਦਾ ਨਾਮ ਲੈਣਾ। ਜਦੋਂ ਕਿਸੇ ਵਿੱਚ ਵੀ ਚੰਗਾ ਕੰਮ ਹੋਵੇ, ਕਹਿਣਾ ਮੇਰੇ ਮਾਲਕ ਇਹ ਤੂੰ ਕਰ ਰਿਹਾ, ਤੇਰਾ ਕੀਤਾ ਹੈ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ। ਜਦੋਂ ਆਪੇ ਤੋਂ ਅੱਛਾ ਕੰਮ ਹੋਵੇ ਤੇ ਕਹਿਣਾ ਆਪਣੇ ਮਨ ਦੇ ਵਿੱਚੋਂ ਕਿ ਮਾਲਕ ਇਹ ਤੇਰਾ ਕੀਤਾ ਹੈ, ਇਹ ਤੇਰਾ ਗੁਣ ਹੈ, ਮੇਰਾ ਨਹੀਂ ਹੈ। ਮੈਂ ਤਾਂ ਅਵਗੁਣ ਵਾਲਾ, ਜੇ ਮੈਥੋਂ ਗਲਤੀ ਹੋਵੇ ਕਦੇ ਨਹੀਂ ਕਹਿਣਾ ਰੱਬ ਜੀ ਤੁਸੀਂ ਕੀ ਕਰਤਾ। ਤੇ ਜਦੋਂ ਚੰਗਾ ਕੰਮ ਹੋਏ ਕਦੇ ਨਹੀਂ ਕਹਿਣਾ ਮੈਂ, ਕਹਿਣਾ ਮਾਲਕ ਇਹ ਤੇਰਾ ਕੀਤਾ ਹੈ। ਧਿਆਨ ਰੱਖ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਐਸਾ ਜਪ ਕਰਨਾ ਕਰੋ ਆਪਣੇ ਅੰਦਰ। ਕਹਿੰਦੇ ਤਾਂ ਹਰੇਕ ਕੰਮ ਪੂਰਾ ਹੋਏਗਾ। ਕਹਿੰਦੇ ਜਪ ਪੂਰਨ ਹੋਏ ਕਾਮਾ। ਕਹਿੰਦੇ ਗੁਰ ਕੀਨੋ ਮੁਕਤ ਦੁਆਰ। ਕਹਿੰਦੇ ਗੁਰ ਜਿਸ ਵੇਲੇ ਸਾਡੇ ਅੰਦਰ ਵਸੇਗਾ, ਸਿਹਾਰੀ ਲੱਗੀ ਹੈ ਨਾ,
ਕਹਿੰਦੇ ਸਾਡਾ ਜੀਵਨ ਦੇ ਵਿੱਚ ਕਹਿੰਦੇ ਮੁਕਤੀ ਦਾ ਦੁਆਰ ਖੋਲ੍ਹਦਾ ਅੰਦਰਲਾ। ਕਹਿੰਦੇ ਸਭ ਸ੍ਰਿਸ਼ਟ ਕਰੇ ਜੈਕਾਰ। ਕਹਿੰਦੇ ਫਿਰ ਸਾਰੀ ਸ੍ਰਿਸ਼ਟ ਤੁਹਾਨੂੰ ਨਮਸਕਾਰ ਕਰਦੀ ਹੋਈ। ਜਿਹੜਾ ਐਸੇ ਘੱਟ ਬੈਠੇ ਰੱਬ ਨਾਲ ਜੁੜਿਆ ਹੋਏਗਾ ਬਾਣੀ ਦੁਆਰਾ, ਮਹਾਰਾਜ ਕਹਿੰਦੇ ਨਾਨਕ ਪ੍ਰਭ ਮੇਰਾ ਸਾਥੇ। ਕਹਿੰਦੇ ਘੱਟ ਬੈਠੇ ਪਰਮੇਸ਼ਰ ਜਿਹੜਾ ਸਾਡੇ ਭੌਤਿਕ ਤੱਤ ਵਿੱਚ ਵਸਦੇ ਨੇ ਉਹਨੂੰ ਪ੍ਰਭ ਕਹਿੰਦੇ। ਧਿਆਨ ਰੱਖਣਾ, ਉਹ ਮੇਰੇ ਨਾਲ ਹੈ ਕਰਕੇ ਪਤਾ ਲੱਗਦਾ ਮਨ ਨੂੰ। ਐਨੇ ਇਸ ਤਰ੍ਹਾਂ ਹੀ ਨਾਨਕ ਪਾਤਸ਼ਾਹ ਪੰਚਮ ਪਾਤਸ਼ਾਹ ਕਹਿੰਦੇ ਨਾਨਕ ਪ੍ਰਭ ਮੇਰਾ ਸਾਥੇ। ਕਹਿੰਦੇ ਜਨਮ ਮਰਨ ਭੈ ਲਾਤੇ। ਕਹਿੰਦੇ ਫਿਰ ਜਨਮ ਮਰਨ ਦਾ ਭੈ ਲੱਥ ਜਾਂਦਾ ਹੈ, ਬੰਦਾ ਜੀਵਨ ਮੁਕਤ ਹੁੰਦਾ ਹੈ, ਘੱਟ ਬੈਠੇ ਰੱਬ ਨਾਲ ਜੁੜਿਆ ਰਹਿੰਦਾ। ਐਸੀ ਅਵਸਥਾ ਨੂੰ ਹਿਰਦੇ 'ਚ ਵਸਾਉਣਾ ਜੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਗੁਰੂ ਮਹਾਰਾਜ ਜੀ ਦੀ ਬਾਣੀ ਜੀ ਦੀ ਵਿਚਾਰ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਬੇਅਦਬੀਆਂ ਤਰੁੱਟੀਆਂ ਰਹਿ ਗਈਆਂ ਹਨ, ਜਾਨ ਬੱਚੇ ਸਮਝ ਕੇ ਮਾਫ਼ ਕਰਨਾ। ਸੰਗਤ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ। ਬਾਣੀ ਗੁਰੂ ਨਾਲ ਜੁੜੇ ਰਹਿਣਾ, ਬਾਣੀ ਦੇ ਦੁਆਰਾ ਆਪਣੇ ਸ਼ਬਦ ਨੂੰ ਘੜਨਾ ਤੇ ਕਿਸੇ ਵਿਅਕਤੀ ਦੇ ਮਗਰ ਉਹਦੀ ਪੂਜਾ ਨਹੀਂ ਕਰਨੀ। ਕਿਸੇ ਡੇਰਿਆਂ ਦੇ ਵਿੱਚ ਜਾ ਕੇ ਵਿਅਕਤੀਆਂ ਦੇ ਪੂਜਾ ਗੁਰੂ ਬਣਾ ਕੇ ਉਹਨਾਂ ਅੰਧਾ ਗੁਰੂ ਕਹਿੰਦੇ। ਧਿਆਨ ਰੱਖਣਾ, ਸੋ ਅੰਨੇ ਗੁਰੂ ਨਾਲ ਨਹੀਂ ਜੁੜਨਾ। ਸੋ ਸੱਚੇ ਪਾਤਸ਼ਾਹ ਜੀ ਦਾ ਇਹ ਜ਼ਿਕਰ ਸਿੱਖਾਂ ਵਾਸਤੇ ਉਪਦੇਸ਼ ਹੈ। ਧਿਆਨ ਰੱਖਣਾ, ਸੋ ਇਸ ਬਾਣੀ ਗੁਰੂ ਦੀ ਜੀਵਨ ਦੀ ਗਾਥਾ ਆਪਾਂ ਨੇ ਮਹਾਰਾਜ ਦੇ ਸ਼ਬਦਾਂ ਰਾਹੀਂ ਸਰਵਣ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਮਨਾਂ ਦੇ ਵਿੱਚ ਇਹ ਵਿਸ਼ਵਾਸ ਬਣਾਵੇ। ਸੋ ਇਤਨੇ ਸ਼ਬਦ ਪ੍ਰਵਾਨਿਤ ਨੇ। ਹੁਣ ਸਾਡੀ ਦੂਜੀ ਕਲਾਸ ਹੈ, ਸੋ ਅਸੀਂ ਮਾਫੀ ਚਾਹਾਂਗੇ। ਇੱਥੇ ਹੀ ਆਪ ਜੀ ਤੋਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਦਾ, ਡਾਕਟਰ ਈਸ਼ਰ ਸਿੰਘ ਜੀ ਦਾ, ਸਮੂਹ ਸੰਗਤ ਦਾ, ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਗੁਰਬਾਣੀ ਦੇ ਨਾਲ ਜੁੜਨਾ ਕਰ ਰਹੇ ਹੋ। ਤੇ ਇਹ ਜਿਹੜਾ ਟੀਚਾ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ, ਜੋ ਆਪ ਜਪੈ ਅਵਰਾਂ ਨਾਮ ਜਪਾਵੈ। ਇਸ ਟੀਚੇ ਨੂੰ ਮੁੱਖ ਰੱਖਦਿਆਂ ਹੋਇਆ ਵਿਵੇਕ ਟਰਸਟ ਵੱਲੋਂ ਕੁਝ ਉਪਰਾਲੇ ਕੀਤੇ ਜਾ ਰਹੇ ਹਨ, ਜਿਵੇਂ ਕਿ ਪੰਜਾਬੀ ਸਿਖਾਉਣਾ, ਗੁਰਬਾਣੀ ਦੀ ਸੰਥਿਆ, ਗੁਰਬਾਣੀ ਦੀ ਪੋਥੀਆਂ ਜਿਹੜੀ ਹੈ 3 ਤਰ੍ਹਾਂ ਦੀ ਪੋਥੀ ਹੈਗੀ ਹੈ। ਸ਼ਬਦਾਰਥ ਪੋਥੀ 2 ਪਾਰਟ ਵਾਲੀ ਸੰਥਿਆ ਸੰਚੀ, ਹਿੰਦੀ ਦੀ 2 ਵਾਲੀਅਮ ਪੋਥੀ, ਜਪਜੀ ਸਾਹਿਬ ਦੇ ਸਟੀਕ, ਸੁਖਮਨੀ ਸਾਹਿਬ ਦੇ ਸਟੀਕ, ਸਿੱਧ ਗੋਸ਼ਟ, ਆਸਾ ਕੀ ਵਾਰ, ਇਹ ਆਪ ਜੀ ਨੂੰ ਇੱਥੋਂ ਮਿਲ ਸਕਦੇ ਨੇ। ਜਿਸ ਵੀਰ ਭੈਣ ਨੂੰ ਇਹ ਸੇਵਾ ਚਾਹੀਦੀ ਹੈ, ਤੁਸੀਂ ਸਾਨੂੰ ਕੰਟੈਕਟ ਕਰਕੇ ਆਪਣਾ ਨਾਂ ਲਿਖਾ ਕੇ ਇਹ ਸੇਵਾ ਲੈ ਸਕਦੇ ਹੋ ਜੀ। ਤੇ ਇਸ ਤੋਂ ਇਲਾਵਾ ਕੋਈ ਹੋਰ ਵੀ ਸੇਵਾ ਅਗਰ ਆਪ ਜੀ ਚਾਹੀਦੀ ਹੈ, ਗੁਰਬਾਣੀ ਜਿੱਥੇ ਕੋਈ ਸੰਥਿਆ ਕਰਦਾ ਹੈ, ਜਿੱਥੇ ਵੀ ਮਤਲਬ ਕੋਈ ਹੈ, ਜਿੱਥੇ ਸਾਡੀ ਸੰਥਿਆ ਚੱਲ ਰਹੀ ਹੈ, ਉਸ ਤੋਂ ਇਲਾਵਾ ਜਿੱਥੇ ਆਪ ਜੀ ਪੜ੍ਹ ਰਹੇ ਹੋ ਕਿਸੇ ਬਾਣੀ ਦੇ ਵਿੱਚ ਕੁਛ ਪੁੱਛਣਾ ਹੈ, ਉਹ ਆਪ ਜੀ ਪੁੱਛ ਸਕਦੇ ਹੋ। ਤੇ ਇਸ ਤੋਂ ਇਲਾਵਾ ਇਹ ਜਿਹੜੀ ਅੱਜ ਵਾਲੀ ਜਿਹੜੀ ਕਲਾਸ ਹੈਗੀ ਹੈ, ਉਸ ਕਲਾਸ ਦੇ ਵਿੱਚ ਕਿਸੇ ਵੀ ਭੈਣ ਦਾ ਕੋਈ ਕੁਐਸਚਨ ਹੋਏ ਤੇ ਉਹ ਸਾਂਝੀ ਕਰ ਸਕਦੇ ਹਾਂ ਸਾਡੇ ਨਾਲ। ਕਿਸੇ ਦਾ ਕੋਈ ਕੁਐਸਚਨ ਹੈ ਜੀ? ਹਾਂਜੀ, ਕਿਸੇ ਦਾ ਕੋਈ ਕੁਐਸਚਨ ਹੈਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਮੇਰਾ ਨਾ ਅੱਜ ਦਾ ਕੋਈ ਕੁਐਸਚਨ ਨਹੀਂ ਹੈਗਾ, ਇੱਕ ਮੇਰਾ ਪਿਛਲਾ ਕੁਐਸਚਨ ਹੈਗਾ, ਜੇ ਮੈਨੂੰ ਸਮਝ ਆ ਜਾਏਗੀ। ਇਹਨਾਂ ਨੇ ਨਾ ਵੀਰ ਜੀ ਨੇ ਜਿਹੜੇ ਹੈਗੇ ਨੇ ਡਾਕਟਰ ਸਾਹਿਬ, ਇਹਨਾਂ ਨੇ ਦੱਸਿਆ ਜੀ ਇੱਕ ਵਾਰੀ ਹਾਰ ਆਉਣ ਦਾ ਕੀ ਮਤਲਬ ਹੁੰਦਾ ਹੈ, ਜੇ 2 ਵਾਰੀ ਹਾਰ ਆਵੇ ਤਾਂ ਕੀ ਮਤਲਬ, 3 ਵਾਰੀ ਹਾਰ ਆਵੇ ਜਾਂ 4 ਵਾਰੀ ਹਾਰ ਆਵੇ, ਮੈਨੂੰ ਇਹਦਾ ਮਤਲਬ ਸਮਝਣਾ ਸੀ। ਹਾਂ ਦੇਖੋ, ਇਹ ਜਿਹੜੀ ਗੱਲ ਹੈ ਨਾ ਵੀਰ ਜੀ, ਗੱਲ ਕਰਦੇ ਆ ਅਵਸਥਾ ਦੇ ਹਿਸਾਬ ਦੇ ਨਾਲ। ਹਾਂਜੀ। ਤੇ ਗ੍ਰਾਮਰ ਦੇ ਹਿਸਾਬ ਦੇ ਨਾਲ ਇਹਦਾ ਮੀਨਿੰਗ ਸਾਰੇ ਪਾਸੋਂ ਇੱਕੋ ਹੀ ਬਣਦਾ ਹੈ। ਪਰ ਵੀਰ ਜੀ ਜਿਵੇਂ 3 ਵਾਰੀ ਆਉਂਦਾ ਹੈ ਨਾ, ਤੇ ਉਹ ਉਹਨਾਂ ਨੂੰ ਨਾ ਉਹਦੇ ਵਿੱਚ ਲੈਂਦੇ ਆ, ਮਤਲਬ ਜਿਹੜੇ ਗੁਣ ਹੁੰਦੇ ਰਜੋਗੁਣ, ਤਮੋਗੁਣ, ਸਤੋਗੁਣ, ਹਾਂਜੀ ਹਾਂਜੀ, ਉਸ ਹਿਸਾਬ ਦੇ ਨਾਲ ਲੈਂਦੇ ਆ। ਅੱਛਾ ਜੀ, ਤੇ ਠੀਕ ਹੈ ਜੀ। ਇੱਕ ਵਾਰੀ ਜਿਹੜਾ ਆਉਂਦਾ ਉਹ ਕਹਿੰਦੇ ਵੀ ਹਰ ਇੱਕ ਦੇ ਅੰਦਰ ਜਿਹੜਾ ਵਸਦਾ ਹੋਇਆ ਹੈ। ਹਾਂਜੀ ਹਾਂਜੀ, ਉਸ ਤਰੀਕੇ ਨਾਲ ਉਹਨਾਂ ਦੇ ਠੀਕ ਹੈ, ਮੀਨਿੰਗ ਥੋੜੇ ਜਿਹੇ ਘੱਟ ਆ। ਹਾਂਜੀ ਹਾਂਜੀ ਹਾਂਜੀ, ਨਹੀਂ ਠੀਕ ਹੈ, ਕੋਈ ਗੱਲ ਨਹੀਂ।
ਠੀਕ ਹੈ ਜੀ, ਅੱਛਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਕਿਸੇ ਦਾ ਕੋਈ ਕੁਐਸਚਨ ਜੀ? ਅੱਛਾ, ਇੱਕ ਮੈਸੇਜ ਆਪ ਜੀ ਨੂੰ ਮੈਂ ਸਾਰਿਆਂ ਨੂੰ ਦੇਣਾ ਚਾਹੁੰਦਾ ਜੀ। ਹੋਲੀ ਤੋਂ ਬਾਅਦ ਇੱਕ ਹਾਂ- ਆਪਾਂ 11:30 ਤੋਂ 12, 11:30 ਤੋਂ 12:30 ਜਾਂ 12 ਤੋਂ 1 ਇੱਕ ਸਹਿਜ ਪਾਠ ਜਿਹੜਾ ਹੈ ਆਨਲਾਈਨ ਸੰਤ ਚਾਟ ਦਾ ਆਪਾਂ ਆਰੰਭ ਕਰਨ ਜਾ ਰਹੇ ਹਾਂ। ਉਹਦੇ ਵਿੱਚ ਕੋਈ ਵੀ ਸੰਗਤ ਹੋਏ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ। ਮੇਰਾ ਨੰਬਰ ਆਪਕੇ ਕੋਲ ਸ਼ਾਇਦ ਹੋਏਗਾ, ਜਿਹਨਾਂ ਕੋਲ ਨਹੀਂ ਹੈ ਉਹ ਮੇਰਾ ਨੰਬਰ ਨੋਟ ਕਰ ਸਕਦੇ हैं अपने ਕੋਲ। मतलब अभी तो नहीं करी थी, थोड़ी देर पहले करी थी। 8802859942। मेरा नंबर नोट कर लिया आप जी ने? 8802859942 ਇਹ ਮੇਰਾ ਨੰਬਰ ਹੈ। ਕਿਸੇ ਵੀਰ ਭੈਣ ਨੂੰ ਸੰਥਿਆ ਚਾਹੀਦੀ ਹੈ, ਸਹਿਜ ਪਾਠ ਆਪਾਂ ਸੰਥਿਆ ਦੇ ਤਰੀਕੇ ਨਾਲ ਕਰਾਂਗੇ। ਉਹਦਾ ਜਿਹੜਾ ਟਾਈਮ ਹੈਗਾ 12 ਤੋਂ 1 ਹੋਏਗਾ ਦਿਨ ਦੇ ਵਿੱਚ, ਤੇ ਉਹ ਆਪਾਂ 18 ਤਰੀਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਉਸਨੂੰ ਆਰੰਭ ਕਰਨ ਦੀ, ਤੇ ਕੰਟੀਨਿਊ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਸੰਥਿਆ ਹੋ ਜਾਏਗੀ। ਸ਼ੁੱਧ ਉਚਾਰਨ ਹੋਏਗਾ ਤੇ ਨਾਲ ਔਖੇ ਵਰਡਾਂ ਦੀ ਮੀਨਿੰਗ ਜਿੱਥੇ ਜਿੱਥੇ ਆਪਾਂ ਲੱਗੇਗਾ, ਜਿੱਥੇ ਸਾਨੂੰ ਕਿ ਉੱਥੇ ਉਚਾਰਨ ਦੀ ਲੋੜ ਹੈ, ਉਸਨੂੰ ਵਿਚਾਰ ਕੇ ਫਿਰ ਆਪਾਂ ਵੀਰ ਜੀ ਠੀਕ ਹੈ ਜੀ। ਸਹਿਜ ਪਾਠ ਸਿਖਾਓਗੇ ਤੁਸੀਂ ਇੱਥੇ? ਹਾਂਜੀ 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 ਬਿਲਕੁਲ ਜੀ। ਕਿਹੜੀ ਤਰੀਕ ਨੂੰ ਕਹਿ ਰਹੇ ਹੋ? 20 ਤੇ ਬਾਅਦ ਆਪਾਂ ਮੈਸੇਜ ਪਾ ਦਾਂਗੇ। ਮੇਰਾ ਨੰਬਰ ਹੈ ਨਾ ਆਪ ਜੀ ਕੋਲ? ਹਾਂਜੀ ਵੀਰ ਜੀ ਮੈਂ ਦੇਖ ਨਹੀਂ ਆ, ਇੱਕ ਮਿੰਟ ਨੋਟ ਕਰ ਲਵਾਂ, ਮੈਂ ਨਾ ਪੈਨਸਿਲ ਵੀ ਆਨੀ ਆ। ਨਹੀਂ ਹੈ ਤੇ ਨਾ ਨੋਟ ਕਰ ਲਓ, ਮੈਂ ਨੰਬਰ ਦੁਬਾਰਾ ਬੋਲ ਹਾਂਜੀ ਹਾਂਜੀ ਮੈਂ ਨੋਟ ਕਰ ਲੈਣੀ। ਹਾਂਜੀ ਵੀਰ ਜੀ, ਕਿਉਂਕਿ ਮੈਂ ਨਾ ਪਾਠ ਸਿੱਖਣਾ ਹੈਗਾ ਏ। ਹਾਂਜੀ 880285 ਠਹਿਰ ਵੀ ਮੈਂ ਕਾਪੀ ਕਰ ਲਵਾਂ ਜਰਾ ਕਿ 88 ਹਾਂਜੀ 28 5 5 9942 9942 ਅੱਛਾ 4। ਠੀਕ ਹੈ ਜੀ, ਠੀਕ ਹੈ ਵੀਰ ਜੀ, ਬਹੁਤ ਮਿਹਰਬਾਨੀ। ਅੱਗੇ ਵੀ ਤੁਸੀਂ ਇਹ ਵਾਲੀ ਗੱਲ ਕਰ ਸਕਦੇ ਹੋ। ਜਿੰਨੇ ਵੀ ਬੰਦੇ ਜ਼ਿਆਦਾ ਇਹਦਾ ਫਾਇਦਾ ਲੈਣਾ ਚਾਹੁੰਦੇ ਹੋ ਉਹ ਲੈ ਸਕਦੇ ਹੋ, ਕਿਉਂਕਿ ਜੂਮ ਰਾਹੀਂ जूम आईडी ठीक है आप जी। मंगलवार वाला चल रहा है प्रोग्राम? हाँ जी हाँ जी हाँ जी बिल्कुल बिल्कुल मंगलवार वाली तो दिन जी के 12 अंदर पाठ है। 12 ते 1 अच्छा 12 ते 1 ठीक है वीर जी, ठीक है जी। कोशिश करेंगे 3 दिन होएगा 12 ते 1 होली तो बाद शुरू करो। हाँ जी हाँ जी ठीक है जी, ठीक है जी, ठीक है। क्योंकि अगर मैं मेहरबानी, किसी बहुत को बहुत कहूंगा शुक्रिया। तो हर बंदा यही कहेगा जी असी अजे अपनी सफाइयां दे अंदर लग रहे हैं, कोई कुछ इस टाइम बोलेगा। हाँ जी हाँ जी ठीक है जी, कितना किते ते है ही ना बंदे दा रूटीन बड़ा। ठीक है जी, बहुत बहुत शुक्रिया, मेहरबानी। नहीं सर आप जी गल कर लो सर। निर्मल सिंह सर जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਸਾਰੇ ਹੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਇਸ ਉਪਦੇਸ਼ ਨੂੰ ਘਰ ਘਰ ਪਹੁੰਚਾਉਣ ਵਾਸਤੇ ਆਪਣੀ ਜਿਹੜੀ ਪਾਰਟਿਸਪੈਂਟ ਨੇ 100 ਨੂੰ ਕ੍ਰਾਸ ਕਰੀਏ, ਤੇ ਹਰ ਇੱਕ ਬੰਦਾ ਘੱਟ ਤੋਂ ਘੱਟ 2 3 ਬੰਦੇ ਐਡ ਕਰੇ। ਅਸੀਂ ਇਸ ਨੂੰ ਜਦੋਂ ਇੰਨਾ ਅਸੀਂ ਲਾਹਾ ਹੈ, ਗੁਰੂ ਸਾਹਿਬ ਨੇ ਕਿਹਾ ਹੈਗਾ ਜਨ ਨਾਨਕ ਧੂਰ ਮੰਗੇ ਤਿਸ ਗੁਰ ਸਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ। ਤੇ ਇਹ ਸਾਡੀ ਡਿਊਟੀ ਹੈ। ਜਿਵੇਂ ਕਿ ਅੱਜ ਡਾਕਟਰ ਸਾਹਿਬ ਨੇ ਵੀ ਕਿਹਾ ਸੀ ਕਿ ਅਸੀਂ ਆਪਣਾ ਜਿਹੜਾ ਹੈਗਾ ਪ੍ਰਚਾਰ ਸਾਰੇ ਪਾਸੇ ਕਰਨਾ ਹੈ, ਤੇ ਅਸੀਂ ਆਪਣਾ ਸਟਾਰਟ ਇਸ ਗੱਲ ਤੋਂ ਕਰ ਸਕਦੇ ਹਾਂ ਕਿ ਅਸੀਂ ਆਪ ਤੇ ਕਰਾਂਗੇ, ਲੇਕਿਨ ਅਸੀਂ ਹੋਰ ਹਰ ਇੱਕ ਮੈਂਬਰ 2 3 ਪਰਿਵਾਰਾਂ ਨੂੰ ਇਸ ਕਥਾ ਨਾਲ ਜੋੜੇ ਤਾਂ ਕਿ ਉਹ ਇਸ ਦਾ ਲਾਹਾ ਲੈ ਸਕਣ। ਤੇ ਸਾਡਾ ਇੱਕ ਮਨ 'ਚ ਵਿਚਾਰ ਹੈਗਾ ਕਿ ਅਸੀਂ 100 ਪਾਰਟਿਸਪੈਂਟ ਤੱਕ ਲੈ ਕੇ ਚਾਹੀਏ ਇਨ 2 ਵੀਕਸ ਟਾਈਮ, 2 ਹਫ਼ਤੇ ਦੇ ਵਿੱਚ। ਤੇ ਇੰਨੀ ਕੁ ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕਿਸੇ ਵੀਰ ਭੈਣ ਨੇ ਕੋਈ ਹੋਰ ਗੱਲ ਕਰਨੀ ਹੈ ਜੀ? ਹਾਂਜੀ ਕਿਸੇ ਵੀਰ ਭੈਣ ਨੇ ਕੋਈ ਗੱਲ ਕਰਨੀ ਹੈ, ਕੋਈ ਕੁਐਸਚਨ ਹੋ ਕਿਸੇ ਦਾ? ਠੀਕ ਹੈ ਜੀ, ਇੱਥੇ ਹੀ ਕਲਾਸ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਫਤਿਹ ਜੀ। ਬਹੁਤ